ਸਤਿ ਸ਼੍ਰੀ ਅਕਾਲ। ਪੰਜਾਬ ਮੇਲ USA ਪ੍ਰੋਗਰਾਮ ਪੰਜਾਬ ਚਰਚਾ ਦੀ ਅੱਜ ਦੀ ਕੜੀ ਦੇ ਵਿੱਚ ਮੇਰੇ ਨਾਲ ਨੇ ਪ੍ਰਗਟ ਸਿੰਘ ਜੀ, ਜੋ ਕਿ ਜਮਹੂਰੀਅਤ ਕਿਸਾਨ ਜਥੇਬੰਦੀ ਦੇ ਪ੍ਰੈਸ ਸਕੱਤਰ ਨੇ। ਤੁਹਾਡਾ ਸਵਾਗਤ ਹੈ ਸਰ। ਬਹੁਤ ਬਹੁਤ ਧੰਨਵਾਦ ਜੀ। ਕਿਸਾਨ ਸੰਘਰਸ਼ ਜਿਹੜਾ ਹੈ ਲਗਾਤਾਰ ਚੱਲ ਰਿਹਾ ਹੈ, ਹਰ ਕੋਈ ਜਿਹੜਾ ਹੈ ਇਹਦੇ ਬਾਰੇ ਗੱਲ ਕਰ ਰਿਹਾ ਹੈ। ਅੱਜ ਵਿਧਾਨ ਸਭਾ ਦਾ ਖਾਸ ਇਜਲਾਸ ਜਿਹੜਾ ਹੈ ਉਹ ਬੁਲਾਇਆ ਗਿਆ ਹੈ। ਪ੍ਰਗਟ ਜੀ, ਇਹ ਕਿਹਾ ਜਾਂਦਾ ਹੈ ਕਿ ਜਿਹੜਾ ਖਾਸ ਇਜਲਾਸ ਹੈ ਇਹ ਇੱਕ ਤਰੀਕੇ ਦੇ ਨਾਲ ਡਰਾਮਾ ਹੈ। ਜਿਹੜੇ ਐਕਸਪਰਟ ਨੇ ਉਹ ਇਹ ਕਹਿ ਰਹੇ ਨੇ, ਤੇ ਇਹ ਕਿਸਾਨ ਜਥੇਬੰਦੀਆਂ ਇਹਦੇ ਬਾਰੇ ਕੀ ਸੋਚ ਰਹੀਆਂ ਨੇ, ਜਾਂ ਕੀ ਖਦਸ਼ੇ ਨੇ, ਜਾਂ ਕੀ ਗੱਲ ਹੈ ਅੱਗੇ? ਵੇਖੋ ਜੀ, ਜਿਹੜੇ ਇਹ ਆਰਡੀਨੈਂਸ ਉਸ ਤੋਂ ਬਾਅਦ ਜਿਹੜੇ ਕਾਨੂੰਨ ਆਏ ਆ, ਉਹਨਾਂ ਦੇ ਸਬੰਧ ਦੇ ਵਿੱਚ ਜਿਹੜਾ ਕਿਸਾਨੀ ਦਾ ਸੰਘਰਸ਼ ਆ ਉਹ 5 ਜੂਨ ਤੋਂ ਜਦੋਂ ਤੋਂ ਆਇਆ ਲਗਾਤਾਰ ਜਾਰੀ ਆ। ਉਹਦੇ ਕਈ ਪੜਾਅ ਆਏ ਆ, ਉਹਨਾਂ ਪੜਾਵਾਂ 'ਚੋਂ ਲੰਘਦਿਆਂ ਅਸੀਂ ਇੱਥੋਂ ਤੱਕ ਪਹੁੰਚੇ ਹਾਂ ਜਦੋਂ ਕੇਂਦਰ ਦੀ ਸਰਕਾਰ ਨੇ ਵੀ ਸਾਨੂੰ ਸੱਦਿਆ, ਪਰ ਸਾਡੇ ਨਾਲ ਮਜ਼ਾਕ ਕੀਤਾ। ਪੰਜਾਬ ਦੀ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਸੱਦ ਕੇ ਵੀ ਪੰਜਾਬ ਅਸੈਂਬਲੀ ਦੇ ਵਿੱਚ ਅਸੀਂ ਇਹ ਮਤਾ ਕਰਕੇ ਇਹਨਾਂ ਕਾਨੂੰਨਾਂ ਨੂੰ, ਇਹਦਾ ਜਿਹੜਾ ਪ੍ਰਭਾਵ ਆ ਪੰਜਾਬ ਦੇ ਕਿਸਾਨਾਂ ਦੇ ਉੱਤੇ ਪੈਂਦਾ, ਜਿਹੜਾ ਸਾਡਾ ਮੰਡੀ ਦੇ ਉੱਤੇ ਪੈਂਦਾ, ਉਹਨੂੰ ਰੱਦ ਕਰਾਂਗੇ। ਇਸ ਕਰਕੇ ਅਸੀਂ ਇਸ ਵੇਲੇ ਆਸਵੰਦ ਹਾਂ ਵੀ ਪੰਜਾਬ ਦੀ ਅਸੈਂਬਲੀ ਦੇ ਵਿੱਚ ਸਾਰੀਆਂ ਧਿਰਾਂ ਇੱਕਮਤ ਹੋ ਕੇ ਜਿਹੜੇ ਕਿਸਾਨੀ ਦੇ ਜਿਹੜੇ ਆਰਡੀਨੈਂਸ ਨੇ ਜਾਂ ਜਿਹੜੇ ਕਾਨੂੰਨ ਇਸ ਵੇਲੇ ਹਿੰਦੁਸਤਾਨ 'ਚ ਬਣ ਚੁੱਕੇ ਆ, ਉਹਨਾਂ ਕਾਨੂੰਨਾਂ ਦਾ ਪ੍ਰਭਾਵ ਮੁਕਤ ਕਰਨ ਲਈ ਜੋ ਵੀ ਸੰਭਵ ਆ ਉਹ ਪੰਜਾਬ ਦੀ ਅਸੈਂਬਲੀ ਦੇ ਵਿੱਚੋਂ ਕੱਲ੍ਹ ਨਿਕਲ ਕੇ ਆਊਗਾ, ਇਹਦੀ ਅਸੀਂ ਆਸ ਕਰਦੇ ਹਾਂ। ਦੂਸਰਾ, ਜਿੱਥੋਂ ਤੱਕ ਤੁਸੀਂ ਇਹਨੂੰ ਡਰਾਮੇ ਦੀ ਗੱਲ ਕਰਦੇ ਜੇ, ਡਰਾਮੇ ਦਾ ਸਵਾਲ ਇੱਥੋਂ ਤੱਕ ਆ ਵੀ ਜਿਹੜੀਆਂ ਜਿਹੜੇ ਰਾਜ ਕਰਦੀਆਂ, ਜਿਹੜੀ ਇਹ ਡੰਕਲ ਤਜਵੀਜ਼ਾਂ ਤੋਂ ਗੈਰ ਸਮਝੌਤਾ ਵਿਸ਼ਵ ਵਪਾਰ ਸੰਸਥਾ ਤੋਂ ਬਾਅਦ 'ਚ ਇਹ ਨੀਤੀ ਲਾਗੂ ਹੁੰਦਿਆਂ ਇੱਥੋਂ ਤੱਕ ਪਹੁੰਚੀ ਹੈ। ਇਸ ਕਰਕੇ ਅੱਜ ਜਿਹੜੀ ਧਿਰਾਂ ਵਾ, ਇਹਨਾਂ ਦਾ ਕਿਰਦਾਰ ਇਹਨਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਵਾਲਾ, ਇਹਨਾਂ ਨੂੰ ਲਗਾਤਾਰ ਇਹਨਾਂ ਦੀ ਇਸ ਨੀਤੀ ਦੇ ਉੱਤੇ ਸਹਿਮਤ ਰਹੇ ਆ। ਇਸ ਕਰਕੇ ਸ਼ੰਕੇ ਵੀ ਮੌਜੂਦ ਰਹਿਣਗੇ, ਪਰ ਇਹਦੇ 'ਤੇ ਕਿਸਾਨੀ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਇਸ ਵੇਲੇ ਪੰਜਾਬ ਦੇ ਸਾਰੇ ਅਸੈਂਬਲੀ ਮੈਂਬਰਾਂ ਤੋਂ, MLAs ਤੋਂ ਆਸ ਕਰਦੀਆਂ ਵੀ ਉਹ ਇਹਨੂੰ ਪੂਰੀ ਸੁਹਿਰਤਾ ਨਾਲ, ਜਿਹੜਾ ਪੰਜਾਬ ਅਸੈਂਬਲੀ ਦੇ ਵਿੱਚ ਮਤਾ ਆਉਂਦਾ ਉਹਦੇ ਉੱਤੇ ਆਪਣਾ ਜਿਹੜਾ ਵਾ ਉਹ ਯੋਗਦਾਨ ਪਾਉਣਗੇ, ਇਹਨੂੰ ਪ੍ਰਭਾਵ ਮੁਕਤ ਕਰਨ ਲਈ ਕਾਨੂੰਨਾਂ ਨੂੰ ਉਹਦੇ ਵਿੱਚ ਆਪਣਾ ਯੋਗਦਾਨ ਪਾਉਣਗੇ। ਉਹਦੇ ਲਈ ਅਸੀਂ ਆਸਵੰਦ ਹਾਂ। ਇਹਦੇ ਲਈ ਨਤੀਜਾ ਕੀ ਨਿਕਲਦਾ, ਜੇ ਸਾਡੇ ਨਾਲ ਡਰਾਮਾ ਕੀਤਾ ਜਾਂਦਾ ਜਿਵੇਂ ਕੇਂਦਰ ਸਰਕਾਰ ਨੇ ਕੀਤਾ, ਅਸੀਂ ਮੀਟਿੰਗ ਜਿਹੜੀ 20 ਤਰੀਕ ਨੂੰ ਕਰ ਰਹੇ ਸਾਂ, ਹੁਣ ਅਸੀਂ 21 ਤਰੀਕ ਨੂੰ ਕਰ ਰਹੇ। 21 ਤਰੀਕ ਨੂੰ ਅਸੀਂ ਵਿਚਾਰਾਂਗੇ ਵੀ ਇਹਦੇ ਵਿੱਚੋਂ ਕੀ ਨਿਕਲ ਕੇ ਆਇਆ, ਕੀ ਕੱਢਿਆ ਹੈ। ਇਹ ਕੇਂਦਰ ਸਰਕਾਰ ਦਾ ਜਿਹੜਾ ਵਿਸ਼ਾ ਹੈ ਤੇ ਵਿਧਾਨ ਸਭਾ ਦਾ ਕੀ ਇਸ਼ੂ ਹੈ? ਬਿਲਕੁਲ ਪੰਜਾਬ ਦੀਆਂ ਪਾਰਟੀਆਂ ਦਾ ਕੀ ਰੋਲ ਰਿਹਾ, ਜਾਂ ਪੰਜਾਬ ਦੀ ਜਿਹੜੀ ਕਾਂਗਰਸ ਪਾਰਟੀ ਜਿਹੜੀ ਇਸ ਵੇਲੇ ਰਾਜ ਸੱਤਾ ਦੇ ਵਿੱਚ ਹੈ ਪੰਜਾਬ ਦੇ ਵਿੱਚ, ਕੈਪਟਨ ਸਾਹਿਬ ਉਹਨੂੰ ਕਿਸ ਤਰੀਕੇ ਦਾ ਲੈ ਕੇ ਆਉਂਦੇ ਆ, ਉਹ ਸਾਡੇ ਕਿਸਾਨਾਂ ਲਈ ਕਿੰਨਾ ਫਾਇਦੇਮੰਦ ਆ ਜਾਂ ਸਾਡੇ ਲਈ ਫਾਇਦੇਮੰਦ ਨਹੀਂ, ਇਹਦੇ ਬਾਰੇ ਫੈਸਲਾ ਅਸੀਂ 21 ਤਰੀਕ ਨੂੰ ਕਰਾਂਗੇ। ਪ੍ਰਗਟ ਜੀ, ਜੇ ਕਿਤੇ ਨਾ ਕਿਤੇ ਇਹ MSP ਜਿਹੜਾ ਹੈ ਇਹਨੂੰ ਆਪਾਂ ਕਹਿੰਦੇ ਕਾਨੂੰਨ ਬਣਾ ਦਿੱਤਾ ਜਾਵੇ, ਹੁਣ ਇਹ ਸੰਘਰਸ਼ ਬਹੁਤ ਲੰਬਾ ਚਲੇ ਗਿਆ ਹੈ। ਜੇ ਸਰਕਾਰ ਕਹਿੰਦੀ ਹੈ ਕਿ MSP ਨੂੰ ਜਿਹੜਾ ਹੈ ਕਾਨੂੰਨ ਦੇ ਦਾਇਰੇ 'ਚ ਲਿਆ ਜਾਂਦਾ ਹੈ, ਫਿਰ ਕਿਸਾਨ ਜਥੇਬੰਦੀਆਂ ਦਾ ਕੀ ਹੋਊਗਾ ਰੁਖ? ਵੇਖੋ ਜੀ, ਦੋ ਸਵਾਲ ਆ ਕਿਸਾਨਾਂ ਸਾਹਮਣੇ। ਇੱਕ ਸਵਾਲ ਆ ਵੀ MSP ਹੋਵੇ ਕੀ ਜੀ। ਨੰਬਰ 1 ਆ ਵੀ ਅਸੀਂ ਡਾਕਟਰ ਸਵਾਮੀਨਾਥਨ ਦੇ ਫਾਰਮੂਲੇ ਮੁਤਾਬਕ, C2 ਫਾਰਮੂਲੇ ਮੁਤਾਬਕ ਅਸੀਂ ਕਹਿੰਦੇ ਹਾਂ ਵੀ ਜਿਹੜੇ ਸਾਡੇ ਲਾਗਤ ਖਰਚੇ ਆ ਉਹਨਾਂ ਨੂੰ ਸ਼ਾਮਲ ਕਰਕੇ ਸਾਡਾ ਪੈੜੀ ਦਾ ਠੇਕਾ ਪਾਇਆ ਜਾਵੇ। ਸਾਡਾ ਇੱਕ ਹੁਨਰਮੰਦ ਕਾਮੇ ਦੇ ਤੌਰ ਦੇ ਉੱਤੇ ਸਾਡਾ ਜਿਹੜਾ ਕਿਸਾਨ ਆ, ਘਰ ਦਾ ਮੁਖੀ ਆ, ਉਹਦੀ ਵੇਚ ਪਾਈ ਜਾਵੇ। ਉਹਨੂੰ ਸਾਰੇ ਨੂੰ ਤੈਅ ਕਰਕੇ ਉਹਦੇ ਮੁਤਾਬਕ ਜਿਹੜਾ ਵਾ ਉਹ ਸਾਡਾ ਭਾਅ ਮਿਥਿਆ ਜਾਵੇ। ਦੂਸਰੀ ਗੱਲ ਆ ਵੀ ਜੇ ਕਿਤੇ ਇਹਨੂੰ ਕਾਨੂੰਨੀ ਦਾਇਰੇ ਦੇ ਵਿੱਚ ਲਿਆ ਕੇ ਪੱਕਾ ਬਣਾ ਦਿੱਤਾ ਜਾਂਦਾ, ਅੱਜ ਕਿਸਾਨ ਦਾ ਸਭ ਤੋਂ ਵੱਡਾ ਦੁਖਾਂਤ ਇਹ ਆ ਵੀ MSP ਤੈਅ ਹੁੰਦਾ, ਪਰ ਤੈਅ ਦੇ ਉੱਤੇ ਉਹਦੀ ਫਸਲ ਨਹੀਂ ਵਿਕਦੀ, ਉਹਦੀ ਜਿਣਸ ਵਿਕਦੀ ਨਹੀਂਗੀ। ਇਹ ਪੰਜਾਬ ਤੇ ਹਰਿਆਣਾ, ਥੋੜ੍ਹਾ ਜਿਹਾ ਯੂਪੀ ਦੇ ਵਿੱਚ ਸਿਰਫ 2 ਫਸਲਾਂ, ਜੇ ਆਪਾਂ ਕਣਕ ਝੋਨਾ ਕਹਿ ਲਈਏ, ਇਸੇ ਕਰਕੇ ਸਾਡੀਆਂ ਦੋਵਾਂ ਫਸਲਾਂ ਵੱਲ ਧਿਆਨ ਹੈ। ਫਸਲੀ ਵਿਭਿੰਨਤਾ ਵੀ ਤਾਈਓ ਨਹੀਂ ਆਉਂਦੀ ਵੀ ਇਸ ਕਰਕੇ ਇਹਦੀ ਪੂਰੀ ਕੀਮਤ ਸਾਨੂੰ ਮਿਲਦੀ ਨਹੀਂ। ਇਸ ਕਰਕੇ ਜਿਹੜੀਆਂ ਚੀਜ਼ਾਂ ਦੀ ਮਿਲਦੀ ਆ ਉਹਦੇ ਲਈ ਕਿਸਾਨ ਬਹੁਤ ਚਿੰਤਤ ਆ ਵੀ ਜੇ ਇਹ ਵੀ ਚਲੇਗੀ ਤੇ ਸੱਚੀ ਮੁੱਚੀ ਜਿਹੜੇ ਕਿਸਾਨੀ ਦੀ ਮੌਤ ਦੇ ਵਾਰੰਟ ਕਹਿੰਦੇ ਆ, ਉਹ ਸੱਚੀ ਮੁੱਚੀ ਉਹ ਸਾਬਤ ਹੁੰਦੇ ਆ। ਇਸ ਕਰਕੇ ਜੇ ਕਿਤੇ ਉਹ ਤੈਅ ਹੋ ਜਾਂਦਾ ਵੀ ਤੈਅ ਹੋ ਕੇ ਵੀ ਉਹਦੇ ਉੱਤੇ ਫਸਲ ਖਰੀਦੀ ਜਾਵੇ ਤੇ ਉਹ ਕਿਸਾਨ ਲਈ ਠੀਕ ਆ। ਜਿਹੜੀ ਪ੍ਰਾਈਵੇਟ ਸਰਕਾਰੀ ਦੀ ਵੀ ਗੱਲ ਕਰਦੇ ਆ, ਅਸੀਂ ਪਿਛਲੇ ਸਮੇਂ ਤੋਂ ਕਹਿੰਦੇ ਆਏ ਆ ਵੀ ਜੇ MSP ਤੈਅ ਹੋਇਆ ਉਹਦੇ ਤੇ ਸਰਕਾਰ, ਜੇ ਪ੍ਰਾਈਵੇਟ ਨਹੀਂ ਖਰੀਦਦਾ ਉਹ ਸਰਕਾਰ ਖਰੀਦ ਲੇ, ਤਾਂ ਹੀ ਸਾਨੂੰ ਸਰਕਾਰੀ ਖਰੀਦ ਦੀ ਲੋੜ ਆ। ਇਸ ਕਰਕੇ ਇਹ ਜਿਹੜਾ ਵਾ ਬਹੁਤ ਜ਼ਰੂਰੀ ਆ, ਦੋਵੇਂ ਪੱਖ ਉਹਦੇ ਲੈ ਕੇ ਇਹ ਤੈਅ ਹੋਣਾ ਚਾਹੀਦਾ। ਚਲੋ, ਇਹ ਗੱਲ ਤਾਂ MSP ਦੀ ਸੀ ਕਿ MSP ਹੋਵੇ ਕਿੰਨਾ ਜਾਂ C2 ਫਾਰਮੂਲੇ ਦੇ ਨਾਲ ਮਿਲਦਾ ਜੁਲਦਾ ਹੋਵੇ,
ਪਰ ਜਦੋਂ ਆਪਾਂ ਸਵਾਮੀਨਾਥਨ ਰਿਪੋਰਟ ਦੀ ਗੱਲ ਕਰਦੇ ਆ, ਇਹ ਰਿਪੋਰਟ ਅਜੇ ਤੱਕ ਆਈ ਕਿਉਂ ਨਹੀਂ? ਕਿਉਂਕਿ ਕਿਸਾਨ ਵੀ ਇਹਦੇ ਨਾਲ ਜਾਗਰੂਕ ਨੇ, ਆਪਣੀ ਜਿਹੜੇ ਪੰਜਾਬ ਸਰਕਾਰ ਕੇ ਲਈ ਇਹ ਵੀ ਜਾਗਰੂਕ ਹੈ, ਕੇਂਦਰ ਸਰਕਾਰ ਵੀ ਜਾਗਰੂਕ ਹੈ, ਇਹ ਰਿਪੋਰਟ ਨੂੰ ਅਜੇ ਤੱਕ ਕਿਉਂ ਲਾਗੂ ਨਹੀਂ ਕੀਤਾ? ਵੇਖੋ ਜੀ, ਮੋਦੀ ਬੀਜੇਪੀ ਦੀ ਪਾਰਟੀ ਨੇ, ਐਨਡੀਏ ਨੇ ਆਪਣੇ ਚੋਣ ਵਾਅਦੇ ਦੇ ਵਿੱਚ ਇਹਨੂੰ ਪਾਇਆ ਕਿ ਅਸੀਂ ਜਿਹੜਾ ਵਾ ਇਹਨੂੰ ਲਾਗੂ ਕਰਾਂਗੇ। ਇਹੀ ਅਸੀਂ ਕਿਸਾਨ ਜਥੇਬੰਦੀਆਂ ਵੱਲੋਂ, ਖਾਸ ਤੌਰ ਤੇ ਮੈਂ ਜਮਹੂਰੀ ਕਿਸਾਨ ਸਭਾ ਵੱਲੋਂ ਕਹਿਣਾ ਚਾਹੁੰਦਾ ਵੀ ਇਹ ਇੱਕ ਕਿਰਦਾਰ ਆ। ਅੱਜ ਜੇ ਕਿਸਾਨ ਪੱਖੀ ਟਕਾਉਣ 'ਚ ਰਚਿਆ ਜਾਂਦਾ ਵੀ ਅਸੀਂ ਕਿਸਾਨ ਪੱਖੀ ਹਾਂ, ਪਰ ਜਦੋਂ ਰਾਜ ਸੱਤਾ ਦੇ ਵਿੱਚ ਜਾਂਦੇ ਆ, ਅਸਲ 'ਚ ਕਾਰਪੋਰੇਟ ਘਰਾਣਿਆਂ ਦੀ, ਵੱਡੇ ਪੂੰਜੀਪਤੀਆਂ ਦੀ ਨੁਮਾਇੰਦਗੀ ਕਰਦੀਆਂ ਪਾਰਟੀਆਂ ਉਹਨਾਂ ਦੇ ਪੱਖ ਦੇ ਵਿੱਚ ਭੁਗਤਦੀਆਂ, ਜਿਸ ਕਰਕੇ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਲਾਗੂ ਨਹੀਂ ਹੁੰਦੀ। ਅਸੀਂ ਪਿਛਲੇ ਸਾਲ 2 ਜਿਹੜੇ ਬਿੱਲ ਆ ਪਾਰਲੀਮੈਂਟ ਦੇ ਵਿੱਚ, ਪ੍ਰਾਈਵੇਟ ਬਿੱਲ ਉਹ ਰਖਾਏ ਆ, ਕਰਜ਼ਾ ਮੁਕਤੀ ਵਾਲਾ ਵੀ ਕਿਸਾਨ ਦਾ ਹੱਕ ਆ ਕਰਜ਼ਾ ਮੁਕਤੀ, ਤੇ ਡਾਕਟਰ ਸਵਾਮੀਨਾਥਨ ਦੇ ਫਾਰਮੂਲੇ ਮੁਤਾਬਕ ਭਾਵਾਂ ਦਾ ਜਿਹੜੀ ਗਰੰਟੀ ਆ ਉਹਦੇ ਬਾਰੇ ਬਿੱਲ। ਉਹਦੇ ਤੇ ਕੋਈ ਵੀ ਪਾਰਟੀ ਉਹਦੀ ਹਮਾਇਤ 'ਚ ਨਹੀਂ ਆਈ, ਉਹਦੇ ਤੇ ਚਰਚਾ ਤੱਕ ਨਹੀਂ ਹੋਈ। ਇਸ ਕਰਕੇ ਦੱਸਦਾ ਆ ਵੀ ਇਹ ਜਿਹੜੀਆਂ ਚੀਜ਼ਾਂ ਆ ਇਹ ਸਾਡੇ ਪੱਖ ਦੇ ਵਿੱਚ ਵੋਟਾਂ ਵੇਲੇ ਆਉਂਦੇ ਆ, ਸਾਡੇ ਪੱਖ ਦੇ ਵਿੱਚ ਜਦੋਂ ਕਿਤੇ ਇਹਨਾਂ ਨੂੰ ਲੋੜ ਹੁੰਦੀ ਉਦੋਂ ਸਾਡੇ ਪੱਖ 'ਚ ਭੁਗਤਦੇ ਆ, ਪਰ ਜਦੋਂ ਜਿੱਤ ਕੇ ਚਲੇ ਜਾਂਦੇ ਆ ਉਦੋਂ ਸਾਡੇ ਕਿਸਾਨ ਦੇ ਪੱਖ 'ਚ ਨਹੀਂ ਰਹਿੰਦੇ, ਸਾਡੇ ਮਜ਼ਦੂਰ ਦੇ ਪੱਖ 'ਚ ਨਹੀਂ ਰਹਿੰਦੇ। ਇਸ ਕਰਕੇ ਇਹ ਜਿਹੜੀਆਂ ਰਿਪੋਰਟਾਂ ਉੱਥੇ ਦੱਬੀਆਂ ਰਹਿ ਜਾਂਦੀਆਂ। ਨਹੀਂ ਤੇ ਸਰਕਾਰ ਵੱਲੋਂ ਬਣਾਇਆ ਕਮਿਸ਼ਨ ਆ ਜੀ, ਬਿਲਕੁਲ ਸਰਕਾਰ ਵੱਲੋਂ ਬਣਾਇਆ ਕਮਿਸ਼ਨ ਆ, ਇਹ ਲੋਕਾਂ ਨੇ ਬਣਾਇਆ ਨਹੀਂ। ਉਹਦੀ ਰਿਪੋਰਟ ਨੂੰ ਕਹਿ ਰਹੇ ਲਾਗੂ ਕਰ ਦਿਓ ਜੀ, ਉਹਦੀ ਮੰਗ ਕਰ ਰਿਹਾ। ਇਹ ਕੋਈ ਵੱਖਰੀ ਨਹੀਂ, ਸਰਕਾਰ ਨੇ ਬਣਾਇਆ, ਉਹ ਡਾਕਟਰ ਸਵਾਮੀਨਾਥਨ ਦੀ ਅਗਵਾਈ 'ਚ। ਅਸੀਂ ਉਹਦੀ ਰਿਪੋਰਟ ਕਹਿੰਦੇ ਵੀ ਲਾਗੂ ਕਰ ਦਿਓ। ਵਾਕਈ ਜਦੋਂ ਬਾਰ-ਬਾਰ ਅਸੀਂ ਕਾਲੇ ਕਾਨੂੰਨਾਂ ਦੀ ਗੱਲ ਕਰਦੇ ਹਾਂ, ਹਰਦੀਪ ਪੁਰੀ ਇਹ ਅੱਗੇ ਆ ਕੇ ਕਹਿ ਰਹੇ ਨੇ, ਜਿਹੜੇ ਕਿ ਕੇਂਦਰ ਦੇ ਮੰਤਰੀ ਨੇ, ਕਿ ਉਦੋਂ ਇਹ ਕਿੱਥੇ ਸੁੱਤੇ ਸੀਗੇ ਜਦੋਂ ਅਸੀਂ ਇਸ ਕਾਨੂੰਨ ਨੂੰ ਪਾਸ ਕੀਤਾ। ਉਹ ਬਾਰ-ਬਾਰ ਬੀਜੇਪੀ ਦੇ ਉੱਤੇ ਵੀ ਗੱਲ ਕਰ ਰਹੇ ਨੇ, ਜਿਹੜੇ ਪੰਜਾਬ ਤੋਂ ਮੈਂਬਰ ਨੇ, ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰਾਂ ਉੱਤੇ ਵੀ ਗੱਲ ਕਰ ਰਹੇ ਨੇ। ਕਿਤੇ ਨਾ ਕਿਤੇ ਲੱਗਦਾ ਹੈ ਕਿ ਉਦੋਂ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ। ਹੁਣ ਜਦੋਂ ਕਿਸਾਨਾਂ ਨੇ ਆਖਰ ਇਹ ਕਹਿ ਲਿਆ ਕਿ ਹੁਣ ਅਸੀਂ ਸੰਘਰਸ਼ ਕਰਨਾ ਹੈ, ਇਹ ਦਿਖਾਵੇ ਲਈ, ਢੋਂਜ ਲਈ ਕੁਰਸੀ ਵੀ ਛੱਡੀ ਗਈ, ਫਿਰ ਕਿਸਾਨਾਂ ਦੇ ਨਾਲ ਵੀ ਖੜੇ ਨੇ, ਕਿਤੇ ਨਾ ਕਿਤੇ ਇਹ ਹੈ ਪੂਰੀ ਰਾਜਨੀਤੀ। ਤੁਹਾਨੂੰ ਕੀ ਲੱਗਦਾ ਹੈ? ਵੇਖੋ ਜੀ, ਰਾਜਨੀਤੀ ਜਿਹੜਾ ਜਿੱਥੋਂ ਤੱਕ ਬੀਜੇਪੀ ਦਾ ਜਾਂ ਪੁਰੀ ਹੋਣਾ ਦਾ ਪੱਖ ਆ, ਜਿਹੜੇ ਉਹ ਕਹਿੰਦੇ ਸੁੱਤੇ ਰਹੇ, ਅਸਲ ਦੇ ਵਿੱਚ ਅਸੀਂ ਕਹਿੰਦੇ ਆ ਵੀ ਹਿੰਦੁਸਤਾਨ ਦੇ COVID-19 ਦੇ ਨਾਂ ਦੇ ਉੱਤੇ ਵੀ ਲੋਕਾਂ ਨੂੰ ਸੁੱਤੇ ਸਮਝ ਲਿਆ ਗਿਆ। ਬਿਲਕੁਲ ਅਸਲ 'ਚ ਲੋਕ ਸੁੱਤੇ ਨਹੀਂ, ਲੋਕ ਜਿੱਦਣ ਤੋਂ ਡੰਗਲ ਤਜਵੀਜ਼ਾਂ ਬਣਦੀਆਂ ਸੀ ਉਸ ਦਿਨ ਤੋਂ ਲੱਗੇ ਆ। ਜਿਸ ਦਿਨ ਤੋਂ 90-91 ਦੇ ਵਿੱਚ ਮਨਮੋਹਨ ਸਿੰਘ ਜੀ ਨੀਤੀ ਲੈ ਕੇ ਆਉਂਦੇ ਆ, ਉਸ ਵੇਲੇ ਵੀ ਲੱਗੇ ਆ। ਲੋਕ ਅਸਲ ਦੇ ਵਿੱਚ ਆਵਾਜ਼ ਉਹਨਾਂ ਦੀ ਅਣਸੁਣੀ ਕਰ ਦਿੱਤੀ ਗਈ। ਹਾਂ, ਜਿੱਥੋਂ ਤੱਕ ਰਾਜਨੀਤਿਕ ਲੋਕਾਂ ਦਾ, ਜਿਵੇਂ ਦਿੱਲੀ ਸਰਕਾਰ ਦੇ ਵਿੱਚ ਪੰਜਾਬ 'ਚੋਂ ਅਕਾਲੀ ਦਲ ਭਾਈਵਾਲੀ ਕਰਦਾ, ਉਹ ਅੱਜ ਕਹਿ ਰਹੇ ਆ ਵੀ ਸਾਨੂੰ ਅਣਜਾਣ ਰੱਖਿਆ ਗਿਆ, ਸਾਨੂੰ ਦੱਸਿਆ ਨਹੀਂ ਗਿਆ। ਅਸੀਂ ਨਹੀਂ ਸਮਝਦੇ ਵੀ ਉਹਨਾਂ ਨੂੰ ਦੱਸਿਆ ਨਹੀਂ ਗਿਆ। ਉਹ ਉਸ ਵੇਲੇ ਸਾਨੂੰ ਪਤਾ 3 ਪੜਾਅ ਉਹਨਾਂ ਨੇ ਤੈਅ ਕੀਤੇ ਆ। ਕਿਸਾਨੀ ਸੰਘਰਸ਼ ਨੇ ਪਹਿਲਾ ਜਦੋਂ 5 ਜੂਨ ਤੋਂ ਆਪਣਾ ਲੜਾਈ ਸ਼ੁਰੂ ਕੀਤੀ ਆ, ਉਸ ਵੇਲੇ ਅਕਾਲੀ ਦਲ ਬੀਬੀ ਹਰਸਿਮਰਤ ਕੌਰ ਪੂਰੀ ਤਰ੍ਹਾਂ ਜਿਹੜੀ ਉਹ ਕਾਨੂੰਨਾਂ ਦੇ ਪੱਖ 'ਚ ਖੜੀ ਸੀ। ਉਹਦੇ ਤੋਂ ਬਾਅਦ ਦੇ ਵਿੱਚ ਜਦੋਂ ਟਰੈਕਟਰ ਮਾਰਚ ਹੁੰਦਾ, ਜਦੋਂ ਉਹਦੇ ਤੋਂ ਬਾਅਦ ਸਕੂਟਰ ਮੋਟਰਸਾਈਕਲ ਮਾਰਚ ਹੁੰਦਾ, ਉਹਦੇ ਤੋਂ ਬਾਅਦ ਦੇ ਵਿੱਚ ਇੱਕ ਵਾਰ ਵੀ ਅਸੀਂ ਫੇਲ ਹੁੰਦੇ ਉਹਨਾਂ ਨੂੰ ਦਿਸਦੇ ਹਾਂ। ਉਹਦੇ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਪੁਰਾਣਾ ਬਜ਼ੁਰਗ ਬਾਪੂ ਨੂੰ ਅੱਗੇ ਲਿਆਂਦਾ, ਉਹਦੇ ਵੱਲੋਂ ਅਪੀਲ ਕਰਵਾਈ ਲੋਕਾਂ ਨੂੰ, ਫਿਰ ਕਾਨੂੰਨਾਂ ਦੇ ਹੱਕ ਦੇ ਵਿੱਚ ਆਖਰੀ ਹੱਲਾ ਮਾਰਿਆ ਉਹਨਾਂ ਨੇ। ਪਰ ਜਦੋਂ ਪੰਜਾਬ ਦੇ ਲੋਕਾਂ ਨੇ ਉਹਨਾਂ ਦੇ ਘਰਾਂ ਨੂੰ ਘੇਰਿਆ, ਜਦੋਂ ਪੰਜਾਬ ਦੇ ਲੋਕਾਂ ਨੇ ਗਲੀਆਂ ਮਹੱਲਿਆਂ 'ਚ ਸਵਾਲ ਕਰਨੇ ਸ਼ੁਰੂ ਕਰਤੇ, ਜਦੋਂ ਉਹਨਾਂ ਦੇ ਆਗੂਆਂ ਨੂੰ ਪੁੱਛਣਾ ਸ਼ੁਰੂ ਕਰ ਦਿੱਤਾ, ਜਦੋਂ ਅਕਾਲੀ ਬੀਜੇਪੀ ਦੇ ਆਗੂਆਂ ਦੇ ਘਰਾਂ ਦੇ ਗਾੜੀ ਲੋਕ ਬਹਿ ਗਏ ਆ, ਉਸ ਵੇਲੇ ਜਾ ਕੇ ਉਦੋਂ ਵੀ ਇਹ ਕਹਿਣਾ ਸ਼ੁਰੂ ਕੀਤਾ ਕਿ ਅਸੀਂ ਜਿਹੜਾ ਵਾ ਇਹ ਚਾਹੁੰਦੇ ਹਾਂ ਕਿ ਕਿਸਾਨਾਂ ਨੂੰ ਇਹਦੇ ਬਾਰੇ ਪਹਿਲਾਂ ਜਿਹੜਾ ਭਰਮ ਆ ਉਹ ਦੂਰ ਕੀਤੇ ਜਾਣ। ਉਹਨਾਂ ਨੇ ਭਰਮ ਕਿਹਾ, ਨਾ ਕਿ ਇਹਨਾਂ ਕਾਨੂੰਨਾਂ ਦਾ ਵਿਰੋਧ ਕੀਤਾ। ਇਸ ਕਰਕੇ ਪੁਰੀ ਦੀ ਗੱਲ ਅਕਾਲੀ ਦਲ ਦੇ ਲਈ ਠੀਕ ਆ, ਪਰ ਹਿੰਦੁਸਤਾਨ ਦੇ ਕਿਸਾਨਾਂ ਬਾਰੇ ਗੱਲ ਕਹਿਣੀ, ਕਿਸਾਨਾਂ ਤੋਂ ਚੋਰੀ ਕੀ ਐਮਰਜੈਂਸੀ ਸੀ ਕਿ ਪਾਰਲੀਮੈਂਟ ਦਾ ਇਜਲਾਸ ਨਾ ਹੋਵੇ, ਆਰਡੀਨੈਂਸ ਲਿਆਂਦੇ ਜਾਣ। ਇਹ ਸਭ ਤੋਂ ਵੱਡੀ ਬੇਈਮਾਨੀ ਆ ਜੇ ਕਹਿ ਲਈਏ ਬੀਜੇਪੀ ਦੀ, ਉਹਨਾਂ ਦੀ। ਤੁਹਾਡੇ ਕੋਲ ਪਾਰਲੀਮੈਂਟ ਦੇ ਵਿੱਚ ਬਹੁਤ ਮਤ ਹੈਗਾ, ਤੁਸੀਂ ਇਹਨਾਂ ਆਰਡੀਨੈਂਸਾਂ ਦੀ ਥਾਂ ਇਹਨਾਂ ਨੂੰ ਪਹਿਲਾਂ ਲੋਕਾਂ ਦੇ ਵਿੱਚ ਲੈ ਕੇ ਜਾਓ, ਕਿਸਾਨਾਂ ਕੋਲ ਲੈ ਕੇ ਜਾਓ, ਕਿਸਾਨਾਂ ਤੋਂ ਬਾਅਦ ਤੁਸੀਂ ਪਾਰਲੀਮੈਂਟ ਦੇ ਵਿੱਚ ਰੱਖੋ, ਪਾਰਲੀਮੈਂਟ ਦੇ ਵਿੱਚ ਸਾਰਥਕ ਬਹਿਸ ਹੋਵੇ, ਬਹਿਸ ਤੋਂ ਬਾਅਦ ਦੇ ਵਿੱਚ ਪਤਾ ਲੱਗ ਜੇ ਵੀ ਕੌਣ ਕਿਸਾਨ ਦੇ ਪੱਖ 'ਚ ਖਲੋਤਾ, ਕੌਣ ਕਾਰਪੋਰੇਟ ਘਰਾਣੇ ਦੇ ਪੱਖ 'ਚ ਖਲੋਤਾ। ਫਿਰ ਉਹ ਤੋਂ ਬਾਅਦ 'ਚ ਤੁਸੀਂ ਇਹ ਬਿੱਲ ਇਹਨਾਂ ਨੂੰ ਕਾਨੂੰਨਾਂ ਨੂੰ ਪਾਸ ਕਰ ਲਓ, ਲੋਕਾਂ ਨੂੰ ਇਤਰਾਜ਼ ਨਾ ਹੁੰਦਾ। ਇਹ ਲੋਕਾਂ ਨੂੰ ਸੁੱਤੇ ਕਹਿਣ ਵਾਲੇ, ਲੋਕਾਂ ਨੂੰ ਸਵਾ ਕੇ ਕੋਵਿਡ ਨਾਂ ਦੇ ਉੱਤੇ ਇਹ ਜਿਹੜੇ ਆ ਕਾਨੂੰਨ ਪਾਸ ਕੀਤੇ ਗਏ ਆ, ਸਰਾਸਰ ਧੱਕਾ, ਜਮਹੂਰੀਅਤ ਦਾ ਕਾਤਲ ਆ। ਇਹ ਬਹੁਤ ਵੱਡਾ ਜਿਹੜਾ ਵਾ ਜੇ ਕਹਿ ਲਈ ਵੀ ਲੋਕਾਂ ਨਾਲ ਫਰੇਬ ਆ, ਤੇ ਕਿਸਾਨੀ ਨੂੰ ਮਾਰਨ ਵਾਲੇ
ਇਹ ਕਾਨੂੰਨ ਆ। ਕਾਨੂੰਨ ਹੈ। ਬਾਕੀ ਇਸ ਮੁੱਦੇ ਉੱਤੇ ਅਸੀਂ ਹੋਰ ਵੀ ਚਰਚਾ ਕਰਾਂਗੇ, ਪਰ ਇੱਥੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਦੁਨੀਆ ਨੂੰ ਜਾਣੋ ਪੰਜਾਬ ਮੇਲ USA ਚੈਨਲ ਦੇ ਨਾਲ। ਸੰਸਾਰ ਭਰ ਦੀਆਂ ਖਬਰਾਂ ਜਾਣਨ ਲਈ, ਖਬਰਾਂ ਦੀ ਡੂੰਘਾਈ ਤੱਕ ਪਹੁੰਚਣ ਲਈ ਰੋਜ਼ ਵੇਖੋ ਪੰਜਾਬ ਮੇਲ ਅਖਬਾਰਨਾਮਾ। ਸਿਰਫ ਪੰਜਾਬ ਮੇਲ USA ਚੈਨਲ ਤੇ। ਪੰਜਾਬ ਮੇਲ USA ਪ੍ਰੋਗਰਾਮ ਪੰਜਾਬ ਚਰਚਾ ਪੱਕਿਆ ਹੋਇਆ ਮੁੱਦਾ ਹੈ, ਕਿਸਾਨਾਂ ਦਾ ਮੁੱਦਾ ਹੈ, ਆਮ ਲੋਕਾਂ ਦਾ ਮੁੱਦਾ ਹੈ। ਪਰ ਪ੍ਰਗਟ ਜੀ, ਕਿਤੇ ਨਾ ਕਿਤੇ ਆਮ ਲੋਕੀ, ਜਿਹਨਾਂ ਨੂੰ ਆਪਾਂ ਸ਼ਹਿਰੀ ਲੋਕੀ ਕਹਿ ਲਈਏ, ਉਹ ਇਸ ਸੰਘਰਸ਼ ਤੋਂ ਹੱਲੇ ਬਹੁਤ ਦੂਰ ਨੇ। ਇੱਦਾਂ ਲੱਗ ਰਿਹਾ ਹੈ ਕਿ ਉਹ ਸੁੱਤੇ ਨੇ, ਜਾਂ ਫਿਰ ਉਹਨਾਂ ਨੂੰ ਇਹ ਪਤਾ ਹੈ ਤਾਂ ਉਹ ਗੱਲ ਵੀ ਗੌੜਦੇ। ਇਹ ਕੀ ਕਹਿਣਾ ਤੁਹਾਡਾ ਇਹਦੇ ਉੱਤੇ? ਵੇਖੋ, ਮੈਂ ਦੋ ਗੱਲਾਂ ਇਹਦੇ ਬਾਰੇ ਸੋਚਦਾ। ਪਹਿਲੀ ਗੱਲ ਤੇ ਇਹ ਆ ਵੀ ਜਿਹੜਾ ਜੇ ਕਹਿ ਲਈਏ ਵੀ ਉਹਨਾਂ ਨੂੰ ਪਤਾ ਨਹੀਂ ਜਾਂ ਉਹ ਇਹਦੇ ਵਿੱਚ ਹਰਕਤ 'ਚ ਨਹੀਂ। ਮੈਂ ਕਿਸਾਨੀ ਵੱਲੋਂ ਦਿੱਤਾ ਸੱਦਾ 25 ਸਤੰਬਰ ਦਾ ਬੰਦ ਦਾ ਸੱਦਾ, ਉਸ ਬੰਦ ਦੇ ਸੱਦੇ ਦੇ ਵਿੱਚ ਆਮ ਲੋਕਾਂ ਨੇ ਜਿਸ ਤਰੀਕੇ ਨਾਲ ਇਕਮੁੱਠ ਹੋ ਕੇ, ਪੰਜਾਬ ਦੇ ਲੋਕਾਂ ਨੇ ਨਹੀਂ, ਹਰਿਆਣੇ ਦੇ ਲੋਕਾਂ ਨੇ 22 ਸਟੇਟਾਂ ਦੇ ਵਿੱਚ ਇਹ ਜਿਹੜਾ ਵਾ ਉਹ ਵਿਰੋਧ ਪ੍ਰਦਰਸ਼ਨ ਹੋਏ ਆ। ਤੇ ਸਮੁੱਚੇ ਮੈਂ ਸ਼ਹਿਰਾਂ ਦੇ ਉਹ ਇਲਾਕੇ ਵੇਖਣਾ ਵੀ ਜਿਨ੍ਹਾਂ ਇਲਾਕਿਆਂ ਦੇ ਵਿੱਚ ਜਿਨ੍ਹਾਂ ਨੂੰ ਤੁਸੀਂ ਸਿੱਧਾ ਕਿਸਾਨੀ ਨਾਲ ਸੰਬੰਧਿਤ ਨਹੀਂ ਕਹਿ ਸਕਦੇ, ਉਹ ਵੀ ਕੋਈ ਕਿਸਾਨ ਉੱਥੇ ਬੰਦ ਕਰਾਉਣ ਨਹੀਂ ਆਇਆ, ਤੇ ਜਿਹੜੇ ਲੋਕਾਂ ਨੇ ਆਪਣੇ ਕਾਰੋਬਾਰ, ਆਪਣੀਆਂ ਦੁਕਾਨਾਂ ਬੰਦ ਰੱਖੀਆਂ। ਇਸ ਕਰਕੇ ਮੈਂ ਸਮਝਦਾ ਵੀ ਉਹਨਾਂ ਲੋਕਾਂ ਨੂੰ ਅਹਿਸਾਸ ਹੈਗਾ ਵੀ ਇਹਦੇ ਨਾਲ। ਦੂਸਰੀ ਗੱਲ, ਜਿੱਦਣ ਤੋਂ ਇਹ ਸੰਘਰਸ਼ ਚੱਲਿਆ, ਜਿਹੜਾ ਪਹਿਲਾ ਇਹਦਾ ਕਿਸਾਨ ਤੇ ਅਸਰ ਪੈਂਦਾ, ਦੂਜਾ ਆੜਤੀ ਤੇ ਅਸਰ ਪੈਂਦਾ, ਪੱਲੇਦਾਰ ਦੇ ਉੱਤੇ ਅਸਰ ਪੈਂਦਾ, ਉਹਨਾਂ ਨੇ ਸ਼ਮੂਲੀਅਤ ਉਸ ਵੇਲੇ ਸ਼ੁਰੂ ਕਰ ਦਿੱਤੀ। ਇਹਦੇ ਤੋਂ ਬਾਅਦ ਦੇ ਵਿੱਚ ਜਿਹੜੀ ਸਾਡੀ ਆਰਥਿਕਤਾ ਆ ਪੰਜਾਬ ਦੀ, ਉਹ ਪੂਰੀ ਤਰ੍ਹਾਂ ਖੇਤੀ ਤੇ ਨਿਰਭਰ ਆ। ਇਹਦੇ ਨਾਲ ਲੋਕਾਂ ਨੇ ਪੂਰੀ ਤਰ੍ਹਾਂ ਮਹਿਸੂਸ ਕਰਨਾ ਸ਼ੁਰੂ ਕੀਤਾ ਵੀ ਸਾਡੀ ਦੁਕਾਨਦਾਰੀ, ਸਾਡਾ ਖੇਤੀ ਬਣਾਉਣ ਦੀ ਵਰਕਸ਼ਾਪ, ਸਾਡਾ ਖਾਦ ਦੀ ਦੁਕਾਨ, ਸਾਡਾ ਬੀਜਾਂ ਦੀ ਦੁਕਾਨ, ਸਾਡੀ ਬਾਕੀ ਚੀਜ਼ਾਂ ਇਹ ਨਹੀਂ ਚੱਲ ਸਕਣੀਆਂ। ਹੁਣ ਦੂਸਰਾ ਜਿਹੜਾ ਇਹਦੇ ਵਿੱਚ ਜ਼ਰੂਰੀ ਵਸਤਾਂ ਵਾਲਾ ਕਾਨੂੰਨ ਆ, ਉਹ ਤੇ ਪੂਰੀ ਤਰ੍ਹਾਂ ਜੇ ਕਹਿ ਲਈਏ ਵੀ ਇੱਕ ਸ਼ਹਿਰੀ ਜਿਹੜਾ ਮੁਲਾਜ਼ਮ ਵਰਗ ਆ, ਜਾਂ ਕੋਈ ਗਰੀਬ ਵਰਗ ਆ, ਜਾਂ ਸ਼ਹਿਰ ਦੇ ਦਿੱਲੀ ਵਰਗੇ ਸ਼ਹਿਰ ਦੇ ਵਿੱਚ ਬੈਠਾ, ਉਹਨੂੰ ਵੀ ਇਹਦਾ ਅਸਰ ਹੋਣਾ। ਉਹ ਮੈਂ ਉਦਾਹਰਨ ਤੌਰ ਤੇ ਦੱਸਦਾ ਵੀ ਸਾਡੇ ਜਿਹੜਾ ਆ, ਜਿਵੇਂ ਪਿਆਜ਼ 5 ਰੁਪਏ ਖਰੀਦ ਲਿਆ ਜਾਂਦਾ, ਜਾਂ ਆਲੂ 2 ਰੁਪਏ ਖਰੀਦ ਲਿਆ ਜਾਂਦਾ, ਪਰ ਜਦੋਂ ਖਪਤਕਾਰ ਉਹਨੂੰ ਖਰੀਦਦਾ, ਉਹਨੂੰ 20 ਰੁਪਏ, 50 ਰੁਪਏ, 40 ਰੁਪਏ, ਤੇ ਕਦੀ ਪਿਆਜ਼ 80 ਤੇ 100 ਤੇ ਵੀ ਪਹੁੰਚ ਜਾਂਦਾ। ਉਹ 100 ਤੇ ਪਹੁੰਚਾਉਣ ਦਾ ਅੱਗੇ ਇਹ ਸੀ ਵੀ ਤੁਹਾਡੀ ਕੋਈ ਲਿਮਟ ਆ, ਵੀ ਤੁਸੀਂ ਕੋਈ ਵੀ ਵਸਤ ਆ ਉਹਨੂੰ ਇੱਥੋਂ ਤੱਕ ਸਟੋਰ ਕਰ ਸਕਦੇ ਜੇ। ਕਾਲਾ ਬਾਜ਼ਾਰੀ ਨਹੀਂ ਹੋ ਸਕਦੀ, ਜ਼ਖੀਰੇਬਾਜ਼ੀ ਨਹੀਂ ਹੋ ਸਕਦੀ। ਇਸ ਕਾਨੂੰਨ ਦੇ ਤਹਿਤ ਜ਼ਖੀਰੇਬਾਜ਼ੀ ਲਈ ਖੁੱਲੀ ਛੁੱਟੀ ਦੇ ਦਿੱਤੀ ਗਈ ਆ, ਤੇ ਜਦੋਂ ਖੁੱਲੀ ਛੁੱਟੀ ਦੇ ਦਿੱਤੀ ਗਈ ਆ, ਤੇ ਜਿਹੜਾ ਖਪਤਕਾਰ ਆ ਉਹਨੇ ਪੂਰੀ ਤਰ੍ਹਾਂ ਲੁੱਟੇ ਜਾਣਾ। ਮੈਂ ਉਦਾਹਰਨ ਤੌਰ ਤੇ ਕਹਿੰਦਾ ਵੀ ਕਿਸਾਨ ਦੇ ਖੇਤ 'ਚ ਛੱਲੀ ਤੇ ਗੰਨਾ ਹਰ ਇੱਕ ਲੈ ਸਕਦਾ, ਆਪਾਂ ਛੱਲੀ ਤੋੜ ਸਕਦੇ ਹਾਂ, ਪਰ ਜੇ ਉਹ ਰਿਲਾਇੰਸ ਦੇ ਸਟੋਰ ਤੇ ਚੱਲ ਜੂਗੀ, ਵਾਲਮਾਰਟ ਦੀ ਦੁਕਾਨ ਤੇ ਚੱਲ ਜੂ, ਬੈਸਟ ਪ੍ਰਾਈਸ ਚੱਲ ਜੂਗੀ, ਉਹ 82-85 ਰੁਪਏ ਦੀ ਛੱਲੀ ਤੁਹਾਨੂੰ ਮਿਲੂਗੀ, ਕੱਲੀ ਛੱਲੀ ਮਿਲੂਗੀ। ਇਸ ਕਰਕੇ ਇਹ ਜਿਹੜਾ ਮੁਫਤ ਜਾਂ 2 ਰੁਪਏ 5 ਰੁਪਏ ਵਾਲੀ ਸ਼ੈ 82 ਰੁਪਏ 'ਚ ਕਿਵੇਂ ਜਾਣੀ ਆ, ਉਹ ਤੋਂ 82 ਰੁਪਏ ਵਾਲੀ ਵਸਤ ਲੈਣੀ ਕਿੰਨੇ ਆ, ਇਹ ਬਹੁਤ ਵੱਡਾ ਸਵਾਲ ਹੈ। ਇਸ ਕਰਕੇ ਇਹਦੇ ਨਾਲ ਸਮੁੱਚੇ ਹਿੰਦੁਸਤਾਨ ਦੇ ਲੋਕ ਜੁੜੇ ਹੋਏ ਆ। ਇਹ ਕਾਨੂੰਨਾਂ ਦਾ ਅਸਰ ਸਮੁੱਚੇ ਹਿੰਦੁਸਤਾਨ ਦੀ ਪੂਰੀ ਇਲਾਕਾਈ ਦੇ ਉੱਤੇ ਪੈਣਾ, ਉਹਦੇ ਵਿੱਚ ਕੋਈ ਵੀ ਵਰਗ ਅਛੂਤਾ ਨਹੀਂ, ਇਹ ਤੋਂ ਸਾਰਿਆਂ ਦੇ ਉੱਤੇ ਪੈਣਾ। ਇਸ ਕਰਕੇ ਉਹਨਾਂ ਦੇ ਇਹਦੇ ਨਾਲ ਸੰਬੰਧ ਬਹੁਤ ਜੁੜਵੇਂ ਆ, ਇਸ ਕਰਕੇ ਉਹਨਾਂ ਦੀਆਂ ਹਮਦਰਦੀਆਂ, ਇਸ ਕਰਕੇ ਉਹ ਨਾਲ ਆ। ਹਾਂ, ਇਹ ਠੀਕ ਆ ਵੀ ਅਜੇ ਅਸੀਂ ਰੇਲਵੇ ਲਾਈਨਾਂ ਤੇ ਆ, ਜਿੱਦਣ ਅਸੀਂ ਬੰਦ ਦਾ ਸੱਦਾ ਦਿੱਤਾ ਉਦੋਂ ਉਹ ਲੋਕ ਸਾਡੇ ਨਾਲ ਆਏ ਆ, ਤੇ ਜੇ ਅਸੀਂ ਹੁਣ ਸ਼ਹਿਰਾਂ ਦੇ ਵਿੱਚ ਆਵਾਂਗੇ ਤਾਂ ਉਹ ਸ਼ਹਿਰਾਂ ਦੇ ਵਿੱਚ ਵੀ ਸਾਡਾ ਸਾਥ ਦੇਣਗੇ, ਇਹ ਸਾਨੂੰ ਪੂਰਨ ਆਸ ਹੈ। ਵਾਕਈ ਉਹੀ ਗੱਲ ਹੈ ਨਾ ਕਿ ਕਿਸਾਨ ਨੂੰ ਸਿੱਧਾ ਸੇਕ ਲੱਗ ਰਿਹਾ ਹੈ। ਸੇਕ ਸਭ ਨੂੰ ਲੱਗਣਾ, ਚਾਹੇ ਥੋੜਾ ਥੋੜਾ ਲੱਗ ਜਾਏ, ਕਈਆਂ ਨੂੰ ਜ਼ਿਆਦਾ ਲੱਗ ਰਿਹਾ, ਕਈਆਂ ਨੂੰ ਘੱਟ ਲੱਗ ਰਿਹਾ। ਪਰ ਹੁਣ ਗੱਲ ਇਹ ਵੀ ਹੈ ਕਿ ਕੇਂਦਰ ਸਰਕਾਰ ਨੇ ਉਸ ਦਿਨ ਜਿਹੜਾ ਬੁਲਾ ਕੇ ਇੱਕ ਵੱਡਾ ਮੌਕਾ ਕਹਿੰਦੇ ਖਿਚਾ ਦਿੱਤਾ ਹੈ। ਉਸ ਤੋਂ ਬਾਅਦ ਹੁਣ ਆਪਾਂ ਕਹਿੰਦੇ ਕਾਨੂੰਨ ਬਣ ਗਿਆ, ਤੇ ਇਹਨੂੰ ਕਾਨੂੰਨ ਦੇ ਨਾਲ ਹੀ ਨਜਿੱਠਿਆ ਜਾਣਾ ਹੈ। ਚਲੋ ਤੁਸੀਂ ਕਹਿੰਦੇ ਕਿ ਵਿਧਾਨ ਸਭਾ ਦਾ ਜਿਹੜਾ ਇਜਲਾਸ ਹੈ, ਇਸ ਤੋਂ ਬਾਅਦ ਅਸੀਂ ਕੁਝ ਕਰਾਂਗੇ, ਪਰ ਜੇ ਇਸ ਤੋਂ ਬਾਅਦ ਆਪਾਂ ਕਹਿੰਦੇ ਹਾਂ ਕਿ ਜੇ ਕੋਈ ਹੱਲ ਨਹੀਂ ਹੋ ਰਿਹਾ, ਤੇ ਫਿਰ ਕਿਸਾਨ ਸੰਘਰਸ਼ ਕਿੱਥੇ ਤੱਕ ਜਾਏਗਾ ਔਰ ਇਹ ਜਥੇਬੰਦੀਆਂ ਕੀ ਕਰਨਗੀਆਂ? ਪਹਿਲੀ ਗੱਲ ਆ ਵੀ ਅਸੀਂ ਸੰਘਰਸ਼ ਇੱਕ ਪਲ ਵੀ ਰੋਕਿਆ ਨਹੀਂ। ਕਿਸਾਨ ਜਥੇਬੰਦੀਆਂ ਨੇ ਜਿਸ ਦਿਨ ਤੋਂ ਇਹ ਆਰਡੀਨੈਂਸ ਆਇਆ, ਉਸ ਦਿਨ ਤੋਂ ਕਿਸਾਨ ਜਥੇਬੰਦੀਆਂ ਲੜੀਆਂ, ਇਹਦੇ ਪੜਾਅ ਤੈਅ ਹੋਏ ਆ। ਉਹਨਾਂ ਪੜਾਵਾਂ ਦੇ ਤਹਿਤ ਹੁਣ ਆਣ ਕੇ ਵੀ ਸਾਡੇ ਸਾਹਮਣੇ ਇੱਕ ਕੇਂਦਰ ਦਾ ਬਹੁਤ ਵੱਡਾ ਧੋਖਾ ਸਾਡੇ ਨਾਲ ਹੋਇਆ। ਕਿਸਾਨ ਜਥੇਬੰਦੀਆਂ ਜਦੋਂ ਦਿੱਲੀ ਗੱਲਬਾਤ ਪਹਿਲਾ ਸੱਦਾ ਆਇਆ, ਪਹਿਲਾਂ ਅਸੀਂ ਮਹਿਸੂਸ ਕੀਤਾ ਵੀ ਸਿਰਫ ਸਾਨੂੰ ਸਮਝਾਉਣ ਲਈ ਸੱਦਿਆ ਜਾ ਰਿਹਾ, ਦੂਸਰਾ ਅਸੀਂ ਸਰਕਾਰ ਨੇ ਗੱਲਬਾਤ ਕਰਨੀ ਆ। ਉਹ ਜਿਹੜੇ ਗੱਲਬਾਤ ਦਾ ਸਵਾਲ ਸੀ ਉਹਦੇ ਉੱਤੇ ਪੂਰੀ ਤਰ੍ਹਾਂ ਜਿਹੜਾ ਤਿਆਰੀ ਕਰਕੇ ਕਿਸਾਨ ਜਥੇਬੰਦੀਆਂ ਗਈਆਂ ਸੀ,
ਪਰ ਉਹਨਾਂ ਨਾਲ ਗੱਲਬਾਤ ਨਾ ਕਰਕੇ ਉੱਥੇ ਕਿਸੇ ਮੰਤਰੀ ਦਾ ਨਾ ਹੋਣਾ, ਉਹਨਾਂ ਮੰਤਰੀਆਂ ਦਾ ਪੰਜਾਬ ਦੇ ਵਿੱਚ ਹੋਣਾ, ਇਹ ਜਿਹੜਾ ਬਹੁਤ ਵੱਡਾ ਧੋਖਾ ਆ, ਜੇ ਕਹਿ ਲਈਏ ਜਲੀਲ ਕਰਨ ਵਾਲੀ ਗੱਲ ਆ ਪੰਜਾਬ ਦੇ ਕਿਸਾਨਾਂ ਨੂੰ। ਉਹਦਾ ਬਦਲਾ ਕਿਸਾਨ ਹਰ ਹਾਲਤ ਦੇ ਵਿੱਚ ਲੈਣਗੇ। ਉਹਦੇ ਵਿਰੁੱਧ ਉਹਨਾਂ ਦੇ ਮਨ ਦੇ ਵਿੱਚ ਗੁੱਸਾ, ਉਹ ਲੜਨਗੇ। ਦੂਸਰਾ ਕਾਨੂੰਨਨ ਪੱਖ ਆ, ਜਿਵੇਂ ਪਹਿਲਾਂ ਮੈਂ ਗੱਲ ਕੀਤੀ ਆ ਕਿ ਪੰਜਾਬ ਦੀ ਅਸੈਂਬਲੀ ਤੋਂ ਸਾਨੂੰ ਆਸ ਆ ਵੀ ਉਹ ਕਰੇ, ਪਰ ਇਹ ਸਮੁੱਚੇ ਹਿੰਦੁਸਤਾਨ ਦਾ ਹੱਲ ਨਹੀਂ। ਇਹਦਾ ਕਾਨੂੰਨਨ ਪੱਖ ਹਿੰਦੁਸਤਾਨ ਦੀ ਪਾਰਲੀਮੈਂਟ, ਹਿੰਦੁਸਤਾਨ ਦੀ ਸਰਕਾਰ ਇਹਨੂੰ ਵਾਪਸ ਲਵੇ, ਰੱਦ ਕਰੇ, ਉਹਦੇ ਨਾਲ ਹੋਣਾ। ਇਸ ਕਰਕੇ ਇਹ ਕਹਿ ਲਈਏ ਵੀ ਅੱਜ ਜੇ ਉਹ ਵਾਪਸ ਨਹੀਂ ਲੈ ਰਹੇ ਤਾਂ ਸਾਡਾ ਸੰਘਰਸ਼ ਰੁਕ ਗਿਆ ਆ। ਇਹ ਸੰਘਰਸ਼ ਦੇ ਪੜਾਅ ਆਉਣਗੇ। ਅੱਜ ਅਸੀਂ ਰੇਲਵੇ ਲਾਈਨਾਂ ਤੇ ਬੈਠੇ ਹਾਂ, ਅਸੀਂ ਬੀਜੇਪੀ ਦੇ ਘਰਾਂ ਗਾੜੀ ਬੈਠੇ ਹਾਂ, ਅਸੀਂ ਜਿਹੜੇ ਆ ਕਾਰਪੋਰੇਟ ਘਰਾਣਿਆਂ ਦੇ ਜਿਹੜੇ ਮੌਲ ਆ ਜਾਂ ਉਹਨਾਂ ਦੇ ਪੰਪ ਆ, ਉਹਨਾਂ ਨੂੰ ਘੇਰ ਕੇ ਬੈਠੇ ਹਾਂ। ਇਹਦਾ ਅਗਲਾ ਪੜਾਅ ਇਹ ਇਕੱਲਾ ਪੰਜਾਬ ਦੀ ਲੜਾਈ ਨਹੀਂ ਰਹਿਣੀ। ਸਾਡੇ ਨਾਲ ਹਰਿਆਣੇ ਦੇ ਕਿਸਾਨ ਪੂਰੀ ਤਰ੍ਹਾਂ ਇਕਜੁੱਟ ਹੋ ਕੇ ਲੜ ਰਹੇ ਆ। ਅਸੀਂ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਬੈਨਰ ਹੇਠ ਹਿੰਦੁਸਤਾਨ ਦੀਆਂ 250 ਜਥੇਬੰਦੀਆਂ ਅਸੀਂ ਇਕੱਠੇ ਹੋਏ ਹਾਂ। ਉਹ 250 ਜਥੇਬੰਦੀਆਂ ਜਿਹੜੀਆਂ ਆ, ਉਹਨਾਂ ਵੱਲੋਂ ਆਉਣ ਵਾਲੇ ਸਮੇਂ ਦੇ ਪ੍ਰੋਗਰਾਮ ਲੀਕ ਲਏ ਗਏ ਆ। 26-27 ਨੂੰ ਨਵੰਬਰ ਨੂੰ ਅਸੀਂ ਦਿੱਲੀ ਦੇ ਵਿੱਚ ਇੱਕ ਬਹੁਤ ਵੱਡਾ ਇਕੱਠ ਕਰ ਰਹੇ ਹਾਂ। ਅਸੀਂ ਦਿੱਲੀ ਦੇ ਵੱਲ ਨੂੰ ਜਾ ਰਹੇ ਹਾਂ। ਉਹਦੇ ਤੋਂ ਪਹਿਲਾਂ ਕਈ ਪੜਾਅ ਆਉਣਗੇ। ਜਿਸ ਤਰ੍ਹਾਂ 5 ਨੂੰ ਹਰਿਆਣੇ ਦੇ ਲੋਕਾਂ ਨੇ ਟ੍ਰੈਫਿਕ ਬਲੌਕ ਦਾ ਸੱਦਾ ਦਿੱਤਾ, ਲਗਾਤਾਰ ਉਹ ਕਰਨਗੇ। ਇਸ ਤਰੀਕੇ ਨਾਲ ਸਮੁੱਚੇ ਹਿੰਦੁਸਤਾਨ ਦੇ ਵਿੱਚ ਚੱਲ ਰਿਹਾ। ਹੁਣ ਸਾਡਾ ਇਹ ਅਸੀਂ ਦੋ ਗੱਲਾਂ ਸੀ ਸਾਡੇ ਸਾਹਮਣੇ। ਇੱਕ ਸੀ ਪੰਜਾਬ ਦੀ ਸਰਕਾਰ ਵੀ ਉਹ ਜਿਹੜੀ ਉਹਦੇ ਕਿਰਦਾਰ ਦੇ ਮੁਤਾਬਕ ਥਿੜਕਣਾ ਆਉਂਦੀਆਂ, ਅਸੀਂ ਉਹਨਾਂ ਥਿੜਕਣਾ ਨੂੰ ਦੂਰ ਕਰਵਾ ਲਈਏ। ਜੇ ਸਾਡਾ ਪਰਸੋਂ ਇਹ ਥਿੜਕਣਾ ਦੂਰ ਹੋ ਜਾਂਦੀਆਂ ਤੇ ਫਿਰ ਸਾਡਾ ਸਿੱਧਾ ਨਿਸ਼ਾਨਾ ਜਿਹੜਾ ਵਾ ਉਹ ਦਿੱਲੀ ਹੋਊਗੀ। ਤੇ ਦਿੱਲੀ ਵੱਲ ਸਾਡੇ ਸੰਘਰਸ਼ ਦੇ ਪੜਾਅ ਫਿਰ ਵੱਖ-ਵੱਖ ਜਥੇਬੰਦੀਆਂ ਦੀਆਂ ਮੀਟਿੰਗਾਂ ਹੋ ਕੇ ਅਸੀਂ ਤੈਅ ਕਰਾਂਗੇ। ਤੇ ਇਹਦਾ ਸਾਡਾ ਨਿਸ਼ਾਨਾ ਮੱਛੀ ਦੀ ਅੱਖ ਵਰਗੂ ਪਾਰਲੀਮੈਂਟ ਆ। ਪਾਰਲੀਮੈਂਟ ਦੇ ਵਿੱਚੋਂ ਜਦੋਂ ਤੱਕ ਇਹ ਕਾਨੂੰਨ ਵਾਪਸ ਨਹੀਂ ਹੁੰਦੇ, ਉਦੋਂ ਤੱਕ ਸਾਡੇ ਸੰਘਰਸ਼ ਦੇ ਪੜਾਅ ਬਦਲ ਸਕਦੇ ਆ, ਉਹਦਾ ਰੂਪ ਬਦਲ ਸਕਦਾ, ਪਰ ਸੰਘਰਸ਼ ਰੁਕਣ ਵਾਲਾ ਨਹੀਂ। ਬਹੁਤ ਸੋਹਣੀ ਗੱਲ ਹੈ ਕਿ ਸੰਘਰਸ਼ ਰੁਕਣ ਵਾਲਾ ਨਹੀਂ, ਰੁਕਣਾ ਨਹੀਂ ਚਾਹੀਦਾ ਜਦੋਂ ਤੱਕ ਸੰਘਰਸ਼ ਜਿਹੜਾ ਹੈ ਉਹ ਆਪਣੇ ਮੁਕਾਮ ਤੇ ਨਹੀਂ ਜਾਂਦਾ। ਪਰ ਕਿਤੇ ਨਾ ਕਿਤੇ ਦੇਖਿਆ ਜਾਂਦਾ ਕਿ ਖੂਬਸੂਰਤ ਗੱਲ ਹੈ ਕਿ ਪੰਜਾਬ ਦਾ ਜਿਹੜਾ ਨੌਜਵਾਨ ਹੈ ਉਹ ਸੰਘਰਸ਼ ਦੇ ਵਿੱਚ ਪੂਰੀ ਤਰ੍ਹਾਂ ਸ਼ਾਮਲ ਹੈ। ਇਹਦੇ ਬਾਰੇ ਇਹ ਥੋੜਾ ਜਿਹਾ ਤੁਸੀਂ ਦੱਸੋ ਕਿ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਜਾਗ ਚੁੱਕਾ ਹੈ, ਪੰਜਾਬ ਦਾ ਨੌਜਵਾਨ ਜਾਗਿਆ ਹੈ ਔਰ ਪੰਜਾਬ ਸੁਹਰਾ ਤੁਹਾਡੇ ਨਾਲ ਹੈ? ਪਹਿਲੀ ਗੱਲ ਆ ਵੀ ਇਹ ਜਿਹੜਾ ਸਾਡਾ ਪੰਜਾਬ ਆ, ਇਹ ਭਗਤ ਸਰਾਭਿਆਂ ਦਾ ਪੰਜਾਬ ਆ। ਇਹ ਸਾਡੇ ਗੁਰੂਆਂ ਦਾ ਪੰਜਾਬ ਆ, ਜਿੱਥੇ ਹਮੇਸ਼ਾ ਹੀ ਰੱਬ ਨੂੰ ਵੀ ਲਾਮਾ ਦਿੱਤਾ ਗਿਆ ਜਦੋਂ ਕਿਤੇ ਗਲਤ ਹੋਇਆ। ਇਸ ਕਰਕੇ ਇਹਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਸਾਡੇ ਪੰਜਾਬੀਆਂ ਦੇ ਉੱਤੇ ਲਾਮਾ ਆਉਂਦਾ ਸੀ ਵੀ ਪੰਜਾਬ ਦੀ ਜਵਾਨੀ ਜਿਹੜੀ ਆ ਉਹ ਕਿਰਾਏ ਪੈ ਗਈ ਆ, ਪੰਜਾਬ ਦੀ ਜਵਾਨੀ ਨੂੰ ਪਾਸੇ ਨਸ਼ਿਆਂ ਵਾਲੇ ਪਾਸੇ ਚਲੇ ਗਈ ਆ। ਪਹਿਲੀ ਗੱਲ ਮੈਂ ਇਹ ਕਹਿਣੀ ਚਾਹੁੰਦਾ ਕਿ ਪੰਜਾਬ ਕਦੀ ਵੀ ਗੁਰੂਆਂ ਦੀ ਧਰਤੀ ਨਸ਼ਿਆਂ ਦਾ ਵਾਲੇ ਰਾਹ ਨਹੀਂ ਪੈਣ ਵਾਲੀ, ਪਰ ਇਹਨੂੰ ਪਾਇਆ ਗਿਆ। ਇਹਨੂੰ ਕਿਰਾਏ ਪਾਉਣ ਦੇ ਯਤਨ ਕੀਤੇ, ਇਹ ਵੀ ਸੋਚੀ ਸਮਝੀ ਸਾਚ ਦੇ ਤਹਿਤ। ਇਸ ਕਰਕੇ ਇੱਕ ਤੇ ਇਹ ਚੀਜ਼ ਆ ਵੀ ਇਧਰਲੇ ਪਾਸੇ ਨੂੰ ਲਿਜਾਇਆ ਗਿਆ। ਪਰ ਮੈਂ ਇਸ ਵੇਲੇ ਸਮਝਦਾ ਵੀ ਇਹ ਸ਼ੁਭ ਸ਼ਗਨ ਆ ਪੰਜਾਬ ਦੇ ਲੋਕਾਂ ਲਈ, ਜਾਂ ਸਾਡਾ ਜਿਹੜਾ ਵਿਰਸਾ ਸੀ ਉਹਦਾ ਅੱਜ ਪੂਰੀ ਤਰ੍ਹਾਂ ਪ੍ਰਗਟਾਵਾ ਹੋ ਰਿਹਾ ਵੀ ਅਸੀਂ ਵੱਖ-ਵੱਖ ਥਾਵਾਂ ਦੇ ਉੱਤੇ ਨੌਜਵਾਨ ਵੱਡੀ ਗਿਣਤੀ 'ਚ ਜਿਹੜੇ ਜਿਨ੍ਹਾਂ ਨੂੰ ਕਹਿੰਦੇ ਸੀ ਪੰਜਾਬ 'ਚ ਨੌਜਵਾਨ ਬਚੇ ਹੀ ਨਹੀਂ, ਨਸ਼ਿਆਂ ਨੇ ਤਬਾਹ ਕਰਤੇ, ਅੱਜ ਉਹ ਨੌਜਵਾਨ ਸਟੇਜਾਂ 'ਤੇ ਆ, ਅੱਜ ਉਹ ਨੌਜਵਾਨ ਪੰਪ ਘੇਰ ਕੇ ਬੈਠੇ ਆ, ਅੱਜ ਉਹ ਨੌਜਵਾਨ ਰੇਲਾਂ ਜਾਮ ਕਰਕੇ ਬੈਠੇ ਆ। ਅੱਜ ਜਿਹੜੇ ਕਲਾਕਾਰਾਂ ਨੂੰ ਉਲਾਮਾ ਸੀ, ਜਿਹੜੀ ਗੁਰਬਾਣੀ ਸਾਡੀ ਮਨੁੱਖਤਾ ਦੇ ਭਲੇ ਦੀ ਗੱਲ ਕਰਦੀ ਆ, ਜਿਹਦੇ ਜੇ ਕਹਿ ਲਈਏ ਵੀ ਸਾਡੇ ਕਵੀ ਆ ਜਾਂ ਸਾਡੇ ਜਿਹੜੇ ਲੇਖਕ ਆ ਦੁਨੀਆ ਦੇ ਵਿੱਚ ਗਿਣੇ ਜਾਂਦੇ ਆ, ਅੱਜ ਉਹਨਾਂ ਦੀ ਧਰਤੀ ਦੇ ਉੱਤੇ ਕਿਹਾ ਜਾਂਦਾ ਹੈ ਵੀ ਇਹ ਮੁੱਛ ਦਾ ਸਵਾਲ ਆ, ਇਹ ਬਾਕੀ ਆ ਵਾਲੇ। ਹਾਂ, ਇਹ ਨੌਜਵਾਨ ਜਿਹੜੇ ਆ ਇੱਧਰਲੇ ਪਾਸੇ ਨੂੰ ਚਲੇ ਗਏ ਆ। ਅੱਜ ਉਹੋ ਹੀ ਨੌਜਵਾਨਾਂ ਦੇ ਗਾਣੇ ਲਿਖਣ ਵਾਲੇ, ਉਹੋ ਹੀ ਗਾਣੇ ਗਾਉਣ ਵਾਲੇ ਅੱਜ ਤੁਹਾਨੂੰ ਸੜਕਾਂ ਤੇ ਮਿਲਦੇ ਆ। ਅੱਜ ਕਿਸਾਨ ਸੰਘਰਸ਼ ਦੇ ਨਾਲ ਖਲੋਤੇ ਮਿਲਦੇ ਆ। ਇਹ ਖੂਬਸੂਰਤ ਗੱਲ ਹੈ ਲੱਗਦਾ ਪੰਜਾਬ ਦੀ, ਪੰਜਾਬੀਅਤ ਦੀ, ਕਿ ਜਦੋਂ ਕਿਸੇ ਇੱਕ ਤੇ ਵੀ ਭੀੜ ਪੈਂਦੀ ਹੈ ਨਾ, ਅਸੀਂ ਸਾਰੇ ਪੰਜਾਬੀ ਇਕੱਠੇ ਹੋ ਜਾਂਦੇ ਆ। ਉਹ ਲੱਗਦਾ ਕਿ ਇਹ ਸੰਘਰਸ਼ ਜਿਹੜਾ ਹੈ ਉਹ ਕੁਝ ਇਦਾਂ ਦਾ ਹੀ ਹੈ। ਬਿਲਕੁਲ, ਇਹ ਭੀੜ ਪੂਰੇ ਪੰਜਾਬ ਦੇ ਉੱਤੇ ਆ ਤੇ ਪੰਜਾਬੀ ਸਾਰੇ ਇਕੱਠੇ। ਅੱਛਾ, ਜਾਂਦੇ ਆਪਾਂ ਇੱਕ ਗੱਲ ਇਹ ਵੀ ਕਰ ਲਈਏ ਕਿ ਹੁਣ ਆਪਾਂ ਇਹ ਕਹਿ ਰਹੇ ਹਾਂ ਕਿ ਇਹ ਸੰਘਰਸ਼ ਜਿਹੜਾ ਹੈ, ਤੁਸੀਂ ਬੀਜੇਪੀ ਦੇ ਲੋਕ ਜਿਹੜੇ ਨੇਤਾ ਉਹਨਾਂ ਦੇ ਘਰ ਵੀ ਤੁਸੀਂ ਘੇਰ ਰਹੇ ਹੋ, ਪਰ ਸੰਘਰਸ਼ ਜਿਹੜਾ ਹੈ ਇਹਦੇ ਉੱਤੇ ਤੁਹਾਨੂੰ ਪੰਜਾਬ ਤੋਂ ਜਿਹੜੇ ਪੰਜਾਬ ਦੇ ਲੀਡਰ ਨੇ, ਸਿਆਸੀ ਲੀਡਰ, ਇਹਨਾਂ ਤੋਂ ਕੀ ਤਵੱਕੋ ਆ? ਕਿਉਂਕਿ ਇਹ ਬਹੁਤ ਜ਼ਰੂਰੀ ਹੁੰਦਾ ਕਿ ਸਿਆਸਤ ਤੁਹਾਡੇ ਨਾਲ ਚੱਲ ਰਹੀ ਹੈ। ਕਿਤੇ ਨਾ ਕਿਤੇ ਜਿਹੜਾ ਖਾਸ ਇਜਲਾਸ ਹੈ ਉਹ ਇਹ ਦੱਸ ਰਿਹਾ ਕਿ ਸਰਕਾਰ ਕਿਤੇ ਨਾ ਕਿਤੇ ਸਹਿਮਤ ਹੈ। ਤੇ ਬਾਕੀ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ, ਤੁਹਾਡੀ ਕੀ ਤਵੱਕੋ ਹੈ? ਵੇਖੋ, ਪਹਿਲੀ ਗੱਲ ਇਹ ਆ ਵੀ ਜਿਹੜਾ ਅਸੀਂ ਬੀਜੇਪੀ ਦੇ ਲੀਡਰਾਂ ਦੇ ਘਰ ਘੇਰੇ ਆ,
ਅਸੀਂ ਕਿਸੇ ਦਾ ਵੀ ਘਰ ਘੇਰਨ ਦੇ ਹੱਕ 'ਚ ਨਹੀਂ ਉੱਦਾਂ। ਜੀ ਅਸੀਂ ਘੇਰੇ ਕਿਉਂ ਆ? ਕਿਉਂਕਿ ਇਹ ਲੋਕ ਸਾਡੀਆਂ ਵੋਟਾਂ ਲੈ ਕੇ ਗਏ ਆ। ਸਾਡੀਆਂ ਵੋਟਾਂ ਲੈ ਕੇ ਗਏ ਆ, ਸਾਡੇ ਨੁਮਾਇੰਦੇ ਆਏ ਜਿਹੜੇ ਉੱਥੇ ਦਿੱਲੀ ਦੇ ਵਿੱਚ ਆ ਜਾਂ ਇੱਥੇ ਪੰਜਾਬ ਦੇ ਵਿੱਚ ਆ, ਜਿਨ੍ਹਾਂ ਨੇ ਸਾਡੇ ਹੱਕ ਦੀ ਗੱਲ ਕਰਨੀ ਆ। ਅਸੀਂ ਉਹਨਾਂ ਨੂੰ ਪੁੱਛਦੇ ਹਾਂ ਵੀ ਤੁਸੀਂ ਸਾਡੇ ਘਰ ਆਉਂਦੇ ਜੇ, ਅਸੀਂ ਤੁਹਾਨੂੰ ਚਾਹ ਪਾਣੀ ਪਿਆਉਂਦੇ ਹਾਂ, ਸੇਵਾ ਕਰਦੇ ਹਾਂ, ਤੁਹਾਡੀ ਲੱਸੀ ਪਿਆਉਂਦੇ, ਤੁਹਾਨੂੰ ਹਰ ਚੀਜ਼ ਵੀ ਤੁਹਾਡੇ ਵੀ ਇਹ ਸਾਡੇ ਨੇਤਾ ਆਏ ਆ, ਸਾਡੇ ਲੀਡਰ ਆਏ ਆ, ਸਭ ਤੋਂ ਐਵੇਂ ਵੋਟ ਦਿੰਦੇ ਆ। ਉਹ ਅੱਜ ਜਦੋਂ ਸਾਡੇ ਖਿਲਾਫ ਪਾਰਲੀਮੈਂਟ ਫੈਸਲਾ ਕਰ ਰਹੀ ਆ, ਜਦੋਂ ਸਾਡੇ ਖਿਲਾਫ ਅਸੈਂਬਲੀ ਫੈਸਲਾ ਕਰ ਰਹੀ ਆ, ਤੇ ਫਿਰ ਸਾਡੇ ਮਨ 'ਚ ਗੁੱਸਾ ਆਉਂਦਾ ਵੀ ਇਹ ਸਾਡੇ ਨੁਮਾਇੰਦੇ ਕਾਹਦੇ ਹੋਏ। ਇਸ ਕਰਕੇ ਅਸੀਂ ਉਹਨਾਂ ਦੇ ਦੀਵਾਰ ਤੇ ਬੈਠੇ ਹਾਂ। ਪਹਿਲਾ ਪੜਾਅ ਅਸੀਂ ਸਾਰੇ ਐਮਐਲਏ ਦੇ ਘਰ ਨੂੰ ਨਹੀਂ ਗਏ। ਪਹਿਲਾ ਪੜਾਅ ਅਸੀਂ ਅਕਾਲੀ ਤੇ ਬੀਜੇਪੀ ਦੇ ਜਿਹੜੇ ਐਮਪੀ ਸੀ ਜਾਂ ਮੰਤਰੀ ਸੀ ਉਹਨਾਂ ਦੇ ਘਰਾਂ ਨੂੰ ਗਏ ਆ ਵੀ ਤੁਸੀਂ ਆਪਣੀ ਜ਼ਿੰਮੇਵਾਰੀ ਨੂੰ ਸਮਝੋ, ਪਾਰਲੀਮੈਂਟ ਦੇ ਵਿੱਚ ਆਪਣਾ ਰੋਲ ਅਦਾ ਕਰੋ, ਜਿਹੜਾ ਪੰਜਾਬ ਆ ਉਹਨੂੰ ਬਚਾਓ। ਉਹਦੇ ਲਈ ਅਸੀਂ ਗੱਲ ਕੀਤੀ ਹੈ। ਇਹਦੇ ਤੋਂ ਬਾਅਦ 'ਚ ਅਸੀਂ ਸਾਰੇ ਪੰਜਾਬ ਦੇ ਵੀ ਆਰਡੀਨੈਂਸਾਂ ਦਾ ਤੁਰੰਤ ਪ੍ਰਭਾਵ ਰੋਕਿਆ ਜਾਵੇ। ਅਸੀਂ ਟੋਟਲ ਐਮਐਲਏ ਦੇ ਘਰਾਂ ਨੂੰ ਗਏ ਆ। ਐਮਐਲਏ ਦੇ ਘਰਾਂ ਗਾੜੀ ਜਾ ਕੇ, ਉਹ ਭਾਵੇਂ ਉਹ ਬੀਜੇਪੀ ਦਾ ਐਮਐਲਏ ਸੀ, ਕਾਂਗਰਸ ਦਾ ਐਮਐਲਏ ਸੀ, ਆਮ ਆਦਮੀ ਪਾਰਟੀ ਦਾ ਐਮਐਲਏ ਸੀ, ਅਸੀਂ ਹਰ ਇੱਕ ਦੇ ਘਰ ਗਾੜੀ ਗਏ ਆ। ਤੁਸੀਂ ਆਪਣੀ ਜ਼ਿੰਮੇਵਾਰੀ ਸਮਝੋ, ਆਪਦੀ ਲੜਾਈ ਬਾਅਦ 'ਚ ਲੜ ਲਿਓ। ਅੱਜ ਪੰਜਾਬ ਨੂੰ ਬਚਾਉਣ ਦੀ ਲੋੜ ਆ, ਅੱਜ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਦੀ ਲੋੜ ਆ। ਇਹਦੇ ਲਈ ਤੁਸੀਂ ਆਪਣਾ ਰੋਲ ਅਦਾ ਕਰੋ। ਇਹਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆਗੂ, ਪਹਿਲਾ ਪੜਾਅ ਅਸੀਂ ਤੈਅ ਕਰ ਲਿਆ, ਪੰਜਾਬ ਦਾ ਅਕਾਲੀ ਦਲ ਅਸਤੀਫਾ ਦਿੱਤਾ ਮੰਤਰੀ ਮੰਡਲ ਤੋਂ। ਦੂਸਰਾ ਪੜਾਅ ਹੋਇਆ ਵੀ ਉਹਨਾਂ ਨੇ ਐਨਡੀਏ ਨੂੰ ਤੋੜ ਵਿਛੋੜਾ ਹੋਇਆ, ਜਿਹੜਾ ਲੰਮੇ ਸਮੇਂ ਦਾ। ਇਹ ਸਾਡੇ ਸੰਘਰਸ਼ ਦੀ ਜਿੱਤ ਹੈ। ਅਸੀਂ ਇਹਨੂੰ ਕਹਿੰਦੇ ਸੰਘਰਸ਼ ਕਰਕੇ ਇਹ ਹੋਇਆ। ਇਹੋ ਸਾਡਾ ਦਬਾਅ ਬੀਜੇਪੀ ਦੇ ਲੀਡਰਾਂ ਦੇ ਉੱਤੇ ਆ ਵੀ ਜੇ ਤੁਸੀਂ ਪੰਜਾਬ ਦੀ ਗੱਲ ਕਰਨੀ ਆ, ਪੰਜਾਬ 'ਚ ਸਿਆਸਤ ਕਰਨੀ ਆ, ਫਿਰ ਤੁਸੀਂ ਪੰਜਾਬ ਦੀ ਬੋਲੀ ਬੋਲਣੀ ਸ਼ੁਰੂ ਕਰੋ। ਤੁਸੀਂ ਪੰਜਾਬ ਦੇ ਹਿੱਤਾਂ ਦੀ ਗੱਲ ਕਰੋ। ਜੇ ਪੰਜਾਬ ਦੇ ਹਿੱਤਾਂ ਦੀ ਗੱਲ ਨਹੀਂ ਕਰੋਗੇ, ਫਿਰ ਪੰਜਾਬ ਦੇ ਲੋਕ ਤੁਹਾਨੂੰ ਮੂੰਹ ਨਹੀਂ ਲਾਉਣਗੇ। ਇਸ ਕਰਕੇ ਦੂਜਾ ਪੜਾਅ ਸਾਡਾ ਇਹ ਆ। ਤੀਜਾ ਪੜਾਅ ਸਾਡਾ ਹੁਣ ਹੋਊਗਾ ਵੀ ਅਸੀਂ ਦੇਸ਼ ਪੱਧਰ ਤੇ, ਜਿਵੇਂ ਹਰਿਆਣੇ ਦੇ ਲੋਕ ਅੱਜ ਦਸਵੰਤ ਚਟਾਲੇ ਦੇ ਘਰ ਦੇ ਗਾੜੀ ਬੈਠੇ ਆ, ਵੀ ਜੋ ਪੰਜਾਬ ਦਾ ਅਕਾਲੀ ਦਲ ਖੇਤੀ ਦੀ ਗੱਲ ਦੀ ਗੱਲ ਕਰਦਾ ਸੀ, ਕਿਸਾਨਾਂ ਦੀਆਂ ਵੋਟਾਂ ਲੈ ਕੇ ਜਿੱਤਦਾ ਸੀ। ਦੇਵੀ ਲਾਲ ਵੀ ਕਿਸਾਨਾਂ ਦੀਆਂ ਵੋਟਾਂ ਲੈ ਕੇ ਜਿੱਤਦਾ। ਤੁਸੀਂ ਉਹਨਾਂ ਦੀਆਂ ਵੋਟਾਂ ਲੈ ਕੇ ਅੱਜ ਬੀਜੇਪੀ ਦਾ ਸਾਥ ਦੇ ਰਹੇ ਜੀ। ਇਹ ਹਰਿਆਣੇ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ। ਇਸ ਤਰੀਕੇ ਦੇ ਨਾਲ ਅਸੀਂ ਸਮੁੱਚੇ ਦੇਸ਼ ਦੇ ਵਿੱਚ ਜਾਵਾਂਗੇ। ਅਸੀਂ ਸਮੁੱਚੇ ਦੇਸ਼ ਦੇ ਵਿੱਚ ਜਾ ਕੇ ਇਹ ਜਿਹੜਾ ਪੜਾਅ ਆ ਉਹਨੂੰ ਅਸੀਂ ਤੈਅ ਕਰਾਂਗੇ। ਇਹ ਸਾਡੀ ਇੱਕ ਜੇ ਕਹਿ ਲਈਏ ਵੀ ਜਥੇਬੰਦੀਆਂ ਦੀ ਸਾਂਝੀ ਰਣਨੀਤੀ ਦਾ ਹਿੱਸਾ ਹੈ। ਪਰ ਪ੍ਰਗਟ ਜੀ, ਤੁਸੀਂ ਕਿਹਾ ਕਿ ਨੇਤਾ ਦੇ ਘਰ ਜਾਂਦੇ ਆ, ਅਸੀਂ ਇਹਨਾਂ ਦੇ ਸਾਡੀਆਂ ਵੋਟਾਂ ਲਈਆਂ ਨੇ। ਹੁਣ ਕਿਸਾਨ ਸੰਘਰਸ਼ ਚੱਲਿਆ ਤੇ ਬਾਰ-ਬਾਰ ਸਾਰੇ ਲੋਕਾਂ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਕਿਸਾਨ ਕਿਉਂ ਨਹੀਂ ਪਾਰਟੀ ਬਣਾਉਂਦੇ, ਕਿਸਾਨ ਕਿਉਂ ਨਹੀਂ ਅੱਗੇ ਆਉਂਦੇ, ਕਿਉਂਕਿ ਪੰਜਾਬ ਦੇ ਵਿੱਚ ਕਿਸਾਨਾਂ ਦਾ ਬੋਲਬਾਲਾ ਹੈ। ਕਿਸਾਨ ਆਪਣੀ ਪਾਰਟੀ ਕਿਉਂ ਨਹੀਂ ਬਣਾਉਂਦੇ, ਸੰਘਰਸ਼ ਕਰਦੇ ਨੇ ਪਰ ਪਾਰਟੀ ਕਿਉਂ ਨਹੀਂ ਬਣਾ ਕੇ ਅੱਗੇ ਆ ਰਹੇ। ਨਵਜੋਤ ਸਿੰਘ ਸਿੱਧੂ ਹੁਣਾਂ ਨੇ ਉਦੋਂ ਗੱਲ ਕੀਤੀ ਕਿ ਤੁਸੀਂ ਅੱਗੇ ਆਓ, ਤੁਸੀਂ ਪਾਰਟੀ ਬਣਾਓ। ਤੁਹਾਨੂੰ ਲੱਗਦਾ ਕਿ ਸਮੇਂ ਦੀ ਲੋੜ ਹੈ ਕਿ ਹੁਣ ਕਿਸਾਨ ਜਿਹੜਾ ਹੈ ਆਪਣੀ ਇੱਕ ਪਾਰਟੀ ਬਣਾਵੇ, ਜਿਹੜੀ ਨਰੋਲ ਕੰਮਾਂ ਦੇ ਉੱਤੇ ਕੰਮ ਕਰਕੇ ਅੱਗੇ ਆਵੇ? ਮੈਂ ਤੁਹਾਨੂੰ 2-3 ਉਦਾਹਰਨਾਂ ਦੇਣੀਆਂ ਚਾਹੁੰਦਾ। ਵੇਖੋ, ਕਿਸਾਨ ਦੇ ਹਿੱਤਾਂ ਦੀ ਗੱਲ ਕਰਨ ਵਾਲੀਆਂ ਪਾਰਟੀਆਂ ਬਣਨ, ਇਹ ਚੰਗੀ ਗੱਲ ਹੋਊਗੀ। ਨੰਬਰ 1, ਮੈਂ ਕਹਿੰਦਾ ਵੀ ਬਹੁਤ ਵੱਡਾ ਦੁਖਾਂਤ ਵਾਪਰਦਾ ਵੀ ਅਸੀਂ ਵੇਖਿਆ ਵੀ ਦਲਿਤ ਰਾਜਨੀਤੀ ਦੇ ਉੱਤੇ ਦਲਿਤਾਂ ਦੀ ਗੱਲ ਕਰਨ ਵਾਲੇ ਵੀ ਦਲਿਤਾਂ ਦੀ ਪਾਰਟੀ ਬਣ ਜੇ ਤੇ ਮਸਲਾ ਹੱਲ ਹੋ ਜਾਵੇ, ਪਰ ਦਲਿਤਾਂ ਦੀ ਗੱਲ ਕਰਨ ਵਾਲਿਆਂ ਨੇ ਆਪਣੇ ਮਹੱਲ ਸਾਰ ਲਏ, ਪਰ ਦਲਿਤਾਂ ਦਾ ਮਸਲਾ ਹੱਲ ਨਹੀਂ ਹੋਇਆ। ਇਸੇ ਤਰੀਕੇ ਨਾਲ ਕਿਸਾਨੀ ਦੀ ਗੱਲ ਕਰਨ ਵਾਲੇ, ਬਾਦਲ ਸਾਹਿਬ ਕਿਸਾਨੀ ਦੀ ਗੱਲ ਕਰਕੇ ਵੋਟਾਂ ਲੈਂਦੇ ਰਹੇ ਆ, ਦੇਵੀ ਲਾਲ ਜੀ ਕਿਸਾਨੀ ਦੀ ਗੱਲ ਕਰਕੇ ਵੋਟਾਂ ਲੈਂਦੇ ਰਹੇ ਆ। ਉੱਦਾਂ ਦੀ ਪਾਰਟੀ ਅਸਲ 'ਚ ਜਿਹੜੀ ਇਸ ਵੇਲੇ ਵਿਸ਼ਵ ਵਪਾਰ ਸੰਸਥਾ ਦੀ WTO ਦੀ ਨੀਤੀ ਆ, ਵਰਲਡ ਬੈਂਕ ਦੀ ਨੀਤੀ ਆ, ਜਿਹਨੂੰ ਸਾਡੇ ਹਿੰਦੁਸਤਾਨ ਦੀ ਸਰਕਾਰ ਲਾਗੂ ਕਰ ਰਹੀ ਆ, ਅੱਜ ਉਸ ਨੀਤੀ ਨੂੰ ਬਦਲਣ ਲਈ, ਅੱਜ ਉਸ ਨੀਤੀ ਦਾ ਅਸਰ, ਹੁਣ ਆਪਾਂ ਕਿਸਾਨ ਦੀ ਗੱਲ ਕਰ ਲਈਏ, ਕਿਸਾਨ ਦਾ ਪੁੱਤ ਨੂੰ ਨੌਕਰੀ ਚਾਹੀਦੀ ਆ ਸਕੂਲ ਦੇ ਵਿੱਚ, ਉਸ ਨੀਤੀ ਤਹਿਤ ਸਾਡਾ ਸਕੂਲ ਜਾ ਰਿਹਾ। ਜੇ ਪ੍ਰਾਈਵੇਟ ਸਕੂਲ ਦੇ ਵਿੱਚ ਉਹ ਨੌਕਰੀ ਕਰਦਾ ਤੇ ਉਹਨੂੰ 5-7 ਹਜ਼ਾਰ ਰੁਪਈਆ ਮਿਲਦਾ। ਅੱਜ ਸਾਡਾ ਰੋਡ ਜਿਹੜਾ ਸਾਡਾ ਜਿਹਦੇ ਤੇ ਅਸੀਂ ਖੂਹ ਲਾਉਨੇ ਸਾਂ, ਨਲਕਾ ਲਾਉਨੇ ਸਾਂ, ਪਾਣੀ ਪੀਣ ਲਈ ਲਾਉਨੇ ਸਾਂ, ਅੱਜ ਉਹ ਸਾਡੇ ਕੋਲੋਂ ਖੁੱਸ ਕੇ ਸਾਡਾ ਬੇਲਦਾਰ, ਸਾਡਾ ਜੇਈ, ਸਾਡਾ ਐਕਸੀਅਨ ਉੱਥੋਂ ਗਾਇਬ ਹੋ ਗਿਆ ਤੇ ਟੋਲ ਪਲਾਜ਼ੇ ਤੇ ਬੈਠੀ ਕੁੜੀ ਅੱਜ 5000 ਤਨਖਾਹ, 7000 ਤਨਖਾਹ ਲੈਂਦੀ ਆ। ਅੱਜ ਸਾਡਾ ਕਿਸਾਨ ਦੇ ਪੁੱਤ ਨੇ ਡਾਕਟਰ ਬਣਨਾ ਸੀ, ਫਾਰਮਾਸਿਸਟ ਬਣਨਾ ਸੀ, ਉਹਦੀ ਧੀ ਨੇ ਨਰਸ ਬਣਨਾ ਸੀ। ਅੱਜ ਉਸ ਨਰਸ ਹਸਪਤਾਲ ਦੇ ਵਿੱਚੋਂ ਹਸਪਤਾਲ ਗਾਇਬ ਹੋ ਗਏ ਆ ਤੇ ਜਿਹੜੇ ਹਸਪਤਾਲ ਦੇ ਵਿੱਚ ਕੰਮ ਕਰਦੇ ਆ ਉੱਥੇ 7-8 ਹਜ਼ਾਰ ਤੇ ਉਹ ਨਰਸ ਨੂੰ ਪੈਸੇ ਮਿਲਦੇ ਆ।
ਇਸ ਕਰਕੇ ਸਾਡੀ ਦੋਹਰੀ ਲੜਾਈ ਆ ਵੀ ਅੱਜ ਉਹ ਨੀਤੀ ਜਿਹੜੀ ਸਕੂਲ ਤੇ ਅਸਰ ਕਰਦੀ ਆ, ਜਿਹੜੀ ਨੀਤੀ ਹਸਪਤਾਲ ਤੇ ਅਸਰ ਕਰਦੀ ਆ, ਜਿਹੜੀ ਸਾਡੀ ਰੇਲਵੇ ਲਾਈਨ ਨੂੰ ਸਰਕਾਰੀ ਤੋਂ ਪ੍ਰਾਈਵੇਟ ਕਰਦੀ ਆ, ਜਿਹੜੀ ਨੀਤੀ ਦੇ ਨਾਲ ਕਿਸਾਨਾਂ ਦੀ ਗੱਲ ਕਰਨ ਵਾਲਾ ਬਾਦਲ ਸਾਡੀ ਰੋਡਵੇਜ ਖਤਮ ਹੋ ਜਾਂਦੀ ਤੇ ਬਾਦਲ ਦੀ ਹਰ ਬੱਸ ਅੱਡੇ ਤੋਂ ਬੱਸ ਚੱਲਣੀ ਸ਼ੁਰੂ ਹੋ ਜਾਂਦੀ ਆ। ਅਸੀਂ ਕਹਿੰਦੇ ਹਾਂ ਉਸ ਨੀਤੀ ਨੂੰ ਸਮਝਣ ਵਾਲੇ ਲੋਕਾਂ ਦੀ ਇੱਕ ਧਿਰ ਬਣਨੀ ਚਾਹੀਦੀ ਆ। ਉਹਦੇ ਵਿੱਚ ਪਿੰਡ ਦਾ ਮਜ਼ਦੂਰ ਵੀ ਹੋਵੇ। ਅੱਜ ਕੱਲੇ ਕਿਸਾਨੀ ਦੇ ਬਿੱਲ ਹੀ ਨਹੀਂ, ਅੱਜ ਲੇਬਰ ਲਾ ਜਿਹੜੇ ਆ ਉਹ ਸੋਧੇ ਗਏ ਆ। ਉਹ ਲੇਬਰ ਲਾ ਸੋਧਣ ਨਾਲ ਜਿਹੜੀ 8 ਘੰਟੇ ਦੀ ਦਿਹਾੜੀ 12 ਘੰਟੇ ਹੋਣ ਜਾ ਰਹੀ ਹੈ। ਹੁਣ 12 ਘੰਟੇ ਕੰਮ ਕਰਨਾ ਉਸੇ ਤਨਖਾਹ ਦੇ ਵਿੱਚ। ਅੱਜ ਤੇ ਚਾਹੀਦਾ ਇਹ ਆ ਵੀ ਕੰਮ ਦਿਹਾੜੀ ਛੋਟੀ ਹੋਵੇ ਤੇ ਲੋਕਾਂ ਨੂੰ ਵੱਧ ਲੋਕਾਂ ਨੂੰ ਕੰਮ ਮਿਲੇ, ਪਰ ਇਹ ਹੋਰ ਬੇਰੁਜ਼ਗਾਰੀ ਨੂੰ ਵਧਾਉਣ ਵਾਲਾ ਕੰਮ ਕੀਤਾ ਜਾ ਰਿਹਾ। ਇਸ ਕਰਕੇ ਮੈਂ ਸਮਝਦਾ ਵੀ ਉਸ ਨੀਤੀਗਤ ਤਬਦੀਲੀ ਦੀ ਲੋੜ ਆ। ਨੀਤੀਗਤ ਤਬਦੀਲੀ ਲਈ ਸਾਨੂੰ ਜਿਹੜਾ ਵਾ ਉਹ ਭਾਵੇਂ ਵੱਖ-ਵੱਖ ਮਜ਼ਦੂਰਾਂ ਦੀ ਧਿਰ ਆ, ਕਿਸਾਨਾਂ ਦੀ ਧਿਰ ਆ, ਨੌਜਵਾਨਾਂ ਦੀ ਧਿਰ ਆ, ਮੁਲਾਜ਼ਮਾਂ ਦੀ ਧਿਰ ਆ, ਉਹ ਛੋਟੇ ਦੁਕਾਨਦਾਰਾਂ ਦੀ ਧਿਰ ਆ। ਜਦੋਂ ਬੈਸਟ ਪ੍ਰਾਈਸ ਆ ਜਾਂਦਾ, ਰੋਡ ਦੇ ਉੱਤੇ ਖੁੱਲ੍ਹ ਜਾਂਦਾ ਤੇ ਨਗਦੀ ਦਾ ਗਾਹਕ ਸਾਰਾ ਉੱਥੇ ਚਲੇ ਜਾਂਦਾ ਤੇ ਮੋੜ ਤੇ ਬੈਠਾ ਹਟਵਾਣੀਆਂ ਦੁਕਾਨਦਾਰ ਉਹ ਵਿਚਾਰਾ ਡੀਕਦਾ ਗਾਹਕ ਨੂੰ, ਉਹਦੇ ਕੋਲ ਆਧਾਰ ਵਾਲਾ ਗਾਹਕ ਆਉਂਦਾ। ਇਸ ਕਰਕੇ ਸਮੁੱਚੇ ਵਰਗ ਤੇ ਪੈਂਦਾ ਅਸਰ। ਛੋਟੀ ਸਨਅਤ ਸਾਡੀ ਤਬਾਹ ਹੋ ਰਹੀ ਆ, ਹਰ ਚੀਜ਼ ਜਾ ਰਹੀ ਆ। ਇਹਨਾਂ ਸਾਰਿਆਂ ਦਾ ਇੱਕ ਏਕਾ, ਇੱਕ ਇਹਨਾਂ ਲਈ ਨੀਤੀ, ਉਹ ਨੀਤੀ ਤੇ ਚਰਚਾ ਹੋਣੀ ਚਾਹੀਦੀ ਆ, ਉਹਦੀ ਜਥੇਬੰਦੀ ਪਾਰਟੀ ਬਣਨੀ ਚਾਹੀਦੀ ਆ। ਵਾਕਈ ਰਾਜਨੀਤੀ 'ਚ ਚਾਹੇ ਕੋਈ ਵੀ ਆਵੇ, ਚਾਹੇ ਕੋਈ ਕਿਸਾਨ ਹੋਵੇ, ਚਾਹੇ ਕੋਈ ਕਾਮਾ ਹੋਵੇ, ਮਜ਼ਦੂਰ ਹੋਵੇ, ਪਰ ਉਹ ਜਦੋਂ ਹੱਕ ਦੀ ਗੱਲ ਕਰਦਾ ਹੈ ਤਾਂ ਹੀ ਗੱਲ ਬਣਦੀ ਹੈ। ਇਹੀ ਗੱਲ ਦੇ ਉੱਤੇ ਪ੍ਰਗਟ ਜੀ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਜੀ, ਤੁਹਾਡੇ ਸਰੋਤਿਆਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਧੰਨਵਾਦ।